ਚੁੱਕੋ ਜੋਗਾ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਘੀ ਜੀ ਗੋਦ ਆਨੰਦ ਮਨ ਦੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨ ਬਿਰਤੀਆਂ ਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦੇ ਹਾਂ, ਗੱਜ ਕੇ ਬੋਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਉਹ ਅਕਾਲ ਪੁਰਖ ਪਰਮਾਤਮਾ ਇਸ ਮਨ ਤੇ ਕਿਰਪਾ ਕਰਦਾ ਹੈ ਤਾਂ ਉਸ ਵੇਲੇ ਉਹ ਅਕਾਲ ਪੁਰਖ ਪਰਮਾਤਮਾ ਇਸ ਮਨ ਨੂੰ ਮਾਨਸ ਜਨਮ ਪ੍ਰਦਾਨ ਕਰਦਾ ਹੈ। ਮਾਨਸ ਜਨਮ ਵਿੱਚ ਪਹੁੰਚ ਕੇ ਇਹ ਮਨ ਜਿਹੜਾ ਹੈ ਗੁਰੂ ਚਰਨਾਂ ਨਾਲ ਜਦੋਂ ਜੁੜਦਾ ਹੈ, ਇਹ ਗੁਰੂ ਚਰਨਾਂ ਦੇ ਨਾਲ ਜੁੜ ਕੇ ਤੇ ਗੁਰੂ ਦੇ ਮਾਰਗ ਤੇ ਚੱਲ ਕੇ ਆਪਣੇ ਆਪ ਦੀ ਕੀਤੀ ਹੋਈ ਜਿਹੜੇ ਪਿਛਲੇ ਜਨਮਾਂ ਦੇ ਵਿੱਚ ਮਤ ਜਿਹੜੀ ਹੈ ਗੰਦੀ ਹੋ ਚੁੱਕੀ ਹੈ, ਉਸ ਨੂੰ ਜਦੋਂ ਮਤ ਨੂੰ ਧੋਂਦਾ ਹੈ ਤੇ ਮਤ ਨੂੰ ਧੋਣ ਦੇ ਨਾਲ ਫਿਰ ਇਸ ਨੂੰ ਆਪਣੇ ਆਪ ਦੀ ਪਹਿਚਾਣ ਹੁੰਦੀ, ਮੈਂ ਕੌਣ ਹਾਂ, ਮੇਰਾ ਅਸਲੀ ਰੂਪ ਕਿਹੜਾ ਹੈ। ਇਹ ਦਾਤ ਕੇਵਲ ਤਾਂ ਕੇਵਲ ਮਨੁੱਖ ਸਰੀਰ ਦੇ ਅੰਦਰ ਮਿਲਦੀ ਹੈ। ਇੱਕ ਮਨੁੱਖ ਸਰੀਰ ਹੀ ਐਸਾ ਹੈ ਜਿਹਦੇ ਅੰਦਰ ਸਾਨੂੰ ਸੋਝੀ ਆਉਂਦੀ ਹੈ, ਜਿਹਦੇ ਅੰਦਰ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਰੀਰ ਆਪਾਂ ਬੜੇ ਭੋਗੇ, ਪਰ ਹੋਰ ਕਿਸੇ ਵੀ ਸਰੀਰ ਦੇ ਅੰਦਰ ਸਾਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਪ੍ਰਾਪਤੀ ਕੇਵਲ ਤਾਂ ਕੇਵਲ ਮਾਨਸ ਸਰੀਰ ਦੇ ਅੰਦਰ ਹੁੰਦੀ ਹੈ। ਇਹ ਜਿਹੜਾ ਜਨਮ ਹੈ, ਇਹ ਜਿਹੜਾ ਸਮਾਂ ਹੈ, ਇਹ ਅਮੋਲਕ ਹੈ। ਜੇ ਆਪਾਂ ਕਿਤੇ ਵਿਚਾਰ ਕਰੀਏ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਚਰਨਾਂ ਵਿੱਚ ਬੈਠਦੇ ਹਾਂ, ਤੇ ਗੁਰੂ ਚਰਨਾਂ ਵਿੱਚ ਬੈਠ ਕੇ ਸਾਨੂੰ ਸੋਝੀ ਮਿਲਦੀ ਹੈ, ਸਾਨੂੰ ਆਪਣੇ ਆਪ ਦੀ ਜਾਣਕਾਰੀ ਮਿਲਦੀ ਹੈ ਕਿ ਅਸੀਂ ਅੱਜ ਜਿੱਥੇ ਬੈਠੇ ਹਾਂ, ਜਿਸ ਸਰੀਰ ਵਿੱਚ ਬੈਠੇ ਹਾਂ, ਇਹ ਕਿੱਡਾ ਕੁ ਅਮੋਲਕ ਹੈ, ਕਿੰਨੀ ਕੁ ਵਡਿਆਈ ਦਿੱਤੀ ਇਸ ਨੂੰ ਪਰਮਾਤਮਾ ਨੇ। ਧਿਆਨ ਨਾਲ ਪੜ੍ਹਨਾ। ਗੁਰੂ ਸਾਹਿਬਾਨ ਕਹਿਣ ਲੱਗੇ, 1,84 ਜੋਨ ਸੁਭਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਕਹਿੰਦੇ ਮਨਾ 84 ਲੱਖ ਜੋਨ ਪਰਮਾਤਮਾ ਨੇ ਪੈਦਾ ਕੀਤੀ ਹੈ, ਪਰ 84 ਲੱਖ ਜੋਨ ਦੇ ਵਿੱਚੋਂ ਸਿਰਫ ਇੱਕ ਸਰੀਰ ਐਸਾ ਹੈ ਜਿਹਨੂੰ ਵਡਿਆਈ ਮਿਲੀ ਹੈ। ਵਡਿਆਈ ਦਾ ਭਾਵ ਕੀ ਹੈ ਕਿ 84 ਲੱਖ ਜੂਨ ਦੇ ਅੰਦਰ ਸਿਰਫ ਇੱਕ ਸਰੀਰ ਹੀ ਐਸਾ ਹੈ ਜਿਹਦੇ ਅੰਦਰ ਮਨਾ ਤੈਨੂੰ ਆਪਣੇ ਆਪ ਦੀ ਸੋਝੀ ਆ ਸਕਦੀ ਹੈ। ਜਿਵੇਂ ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਪਾਤਸ਼ਾਹ ਲਿਖਦੇ ਆ, ਗੁਰਾਂ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਧਿਆਨ ਦੇਣਾ ਜ਼ਰਾ, ਉੱਥੇ ਲਿਖਿਆ ਗੁਰਾਂ ਇੱਕ ਦੇ ਬਜਾਈ। ਜਿਹੜਾ ਆਪਾਂ ਕਹਿੰਦੇ ਗੁਰਾਂ ਨੇ ਇੱਕ ਗੱਲ ਸਮਝਾਈ, ਉੱਥੇ ਗੱਲ ਅੱਖਰ ਨਹੀਂ ਹੈ, ਉੱਥੇ ਦੇ। ਗੁਰਾਂ ਇੱਕ ਦੇ ਬਜਾਈ। ਦੇ ਸਰੀਰ ਨੂੰ ਕਹਿੰਦੇ ਆ, ਤੇ ਗੁਰੂ ਕਿਹਨੂੰ ਕਹਿੰਦੇ ਆ? ਧਿਆਨ ਦੇਣਾ, ਜਿਹਨੂੰ ਤਿੰਨਾਂ ਭਾਵਨਾ ਦੀ ਸੋਝੀ ਹੈ, ਜਿਹਦੇ ਅੰਦਰ ਇੱਕ ਐਸੀ ਸ਼ਕਤੀ ਪੈਦਾ ਹੋ ਚੁੱਕੀ ਹੈ, ਜਿਹਦੇ ਅੰਦਰ ਇੱਕ ਐਸਾ ਪ੍ਰਕਾਸ਼ ਪੈਦਾ ਹੋ ਚੁੱਕਾ ਹੈ, ਉਸ ਪ੍ਰਕਾਸ਼ ਦੇ ਜ਼ਰੀਏ ਸਾਰੀ ਸ੍ਰਿਸ਼ਟੀ ਘੁੰਮਣ ਦੀ ਤਾਕਤ ਰੱਖਦਾ ਹੈ, ਉਹਨੂੰ ਗੁਰੂ ਕਹਿੰਦੇ ਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਗੁਰਾਂ ਇੱਕ ਦੇ ਬਜਾਈ। ਕਹਿਣ ਲੱਗਾ, ਜਿਹੜੀ ਮੇਰੀ ਸ਼ਕਤੀ ਹੈ, ਮੇਰੇ ਕੋਲ ਪ੍ਰਕਾਸ਼ ਹੈ, ਜਿਹੜਾ ਮੇਰੇ ਕੋਲ ਚਾਨਣ ਹੈ, ਉਹਦੇ ਜ਼ਰੀਏ ਮੈਂ ਕੁਝ ਦੱਸਣਾ ਚਾਹੁੰਦਾ ਹਾਂ। ਪੁੱਛਿਆ ਕੀ? ਤਾਂ ਕਹਿਣ ਲੱਗੇ, 84 ਲੱਖ ਜੂਨ ਘੁੰਮ ਕੇ ਦੇਖੀ ਮੈਂ, 84 ਲੱਖ ਜੂਨ ਘੁੰਮ ਕੇ ਦੇਖੀ ਹੈ, ਪੂਰਾ ਗੇੜਾ ਘੁੰਮ ਕੇ ਦੇਖਿਆ, ਤੇ ਉਹਦੇ 'ਚੋਂ ਜੋ ਦਿਖਾਈ ਦੇ ਰਿਹਾ ਮੈਨੂੰ, ਕੀ ਦਿਖਾਈ ਦੇ ਰਿਹਾ ਹੈ? ਗੁਰਾਂ ਇੱਕ ਦੇ ਬਜਾਈ, ਕਿ ਸਾਰੀ ਸ੍ਰਿਸ਼ਟੀ ਦੇ ਅੰਦਰ ਸਿਰਫ ਇੱਕੋ ਹੀ ਸਰੀਰ ਆ, ਇੱਕੋ ਹੀ ਦੇਹ ਹੈ। ਕਿਹੜੀ? ਗੁਰਾਂ ਇੱਕ ਦੇ ਬਜਾਈ। ਕਹਿੰਦੇ ਇੱਕ ਸਰੀਰ ਆ ਜਿਹਦੇ ਅੰਦਰ ਆ ਕੇ ਸਭ ਮਨ ਨੂੰ ਸੋਝੀ ਆਉਂਦੀ ਹੈ। ਕੀ ਸੋਝੀ ਆਉਂਦੀ ਹੈ? ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰੀ ਸ੍ਰਿਸ਼ਟੀ ਦਾ ਇੱਕ ਮਾਲਕ ਆ। ਧਿਆਨ ਦਿਓ, ਆਪਾਂ ਪਿਛਲੇ ਜਨਮਾਂ 'ਚ ਘੁੰਮ ਕੇ ਜ਼ਰੂਰ ਆਏ ਹਾਂ, ਪਰ ਸਾਨੂੰ ਇਸ ਗੱਲ ਦੀ ਉੱਥੇ ਸਮਝ ਨਹੀਂ ਲੱਗੀ। ਸਾਨੂੰ ਉੱਥੇ ਨਹੀਂ ਪਤਾ ਲੱਗਾ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਹੀ ਹੈ। ਇਹ ਸੋਝੀ ਕੇਵਲ ਤਾਂ ਕੇਵਲ ਜਦੋਂ ਅਸੀਂ ਮਾਨਸ ਸਰੀਰ ਵਿੱਚ ਪਹੁੰਚਦੇ ਹਾਂ ਤੇ ਗੁਰੂ ਦੇ ਚਰਨਾਂ ਵਿੱਚ ਬੈਠਦੇ, ਤੇ ਗੁਰੂ ਦੇ ਚਰਨਾਂ 'ਚੋਂ ਦਾਤ ਮਿਲਦੀ ਹੈ। ਇਹ ਸਾਨੂੰ ਸੋਝੀ ਆਉਂਦੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਹੈ, ਸਾਰੀ ਲੁਕਾਈ ਦਾ ਮਾਲਕ ਇੱਕ ਹੈ,
ਤੇ ਗੁਰੂ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਫਿਰ ਮਨਾਂ ਵਿਚਾਰ ਕਰ, ਜਿੱਥੇ ਤੈਨੂੰ ਇਹ ਗੱਲ ਸਮਝ ਲੱਗੀ ਹੈ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਹੈ, ਤੇ ਉੱਥੇ ਆਪਣੀ ਬਿਰਤੀ ਬਣਾ। ਕਹਿੰਦੇ ਕੈਸੀ ਬਿਰਤੀ ਬਣਾਵਾਂ? ਤੇ ਗੁਰੂ ਜੀ ਕਹਿਣ ਲੱਗੇ ਬਿਰਤੀ ਬਣਾ ਕਿਹੜੀ? ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਬਿਰਤੀ ਬਣਾ ਕਿ ਜਿੱਥੇ ਮੈਨੂੰ ਪਤਾ ਲੱਗਾ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਹੈ, ਦਾਤਾ ਇੱਕ ਹੈ, ਇਹ ਤੋਂ ਪਹਿਲਾਂ ਤਾਂ ਮੈਨੂੰ ਕਦੇ ਪਤਾ ਲੱਗਾ ਹੀ ਨਹੀਂ। ਤੇ ਕਹਿੰਦੇ ਜਿੱਥੇ ਪਤਾ ਲੱਗਾ ਉੱਥੇ ਆਪਣੀ ਨੂੰ ਬਿਰਤੀ ਬਣਾ ਗੁਰੂ ਨਾਲ ਜੁੜ ਕੇ, ਕਿ ਇਸ ਜਨਮ ਅੰਦਰ, ਇਸ ਸਮੇਂ ਅੰਦਰ ਵੀ ਕਿਤੇ ਮੈਂ ਉਹਨੂੰ ਭੁੱਲ ਨਾ ਜਾਵਾਂ, ਉਹ ਤੋਂ ਦੂਰ ਨਾ ਹੋ ਜਾ ਕਿਤੇ। ਐਸੀ ਬਿਰਤੀ ਬਣਾ। ਤੇ ਧਿਆਨ ਦਿਓ, ਇਹ ਬਿਰਤੀ ਬਣਨੀ ਕਦੋਂ ਆ? ਇਹ ਬਿਰਤੀ ਬਣਨੀ ਕਿਵੇਂ ਆ? ਇਹ ਬਿਰਤੀ ਸਾਡੀ ਬਣਨੀ ਹੈ ਜੇ ਅਸੀਂ ਗੁਰਬਾਣੀ ਪੜ੍ਹੀਏ, ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਦੀ ਵਿਚਾਰ ਕਰੀਏ। ਕਿਤੇ ਇਹ ਨਾ ਹੋਵੇ ਕਿ ਸਾਡੀ ਬਿਰਤੀ ਇੱਥੇ ਬਹਿ ਜਾਵੇ ਕਿ ਪੜ੍ਹ ਗੱਡੀ ਲੱਦੀਏ, ਅਸੀਂ ਪੰਡਾ ਬੰਡਣ ਤੱਕ ਸੀਮਤ ਰਹਿ ਜਾਈਏ। ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ, ਕਹਿੰਦੇ ਜਿਹੜੀ ਸ਼ਕਤੀ ਹੈ ਨਾ, ਸ਼ਕਤੀ, ਇਹਦੀ ਗੱਲ ਕਰਨ ਲੱਗੇ। ਕੀ ਕਹਿਣ ਲੱਗੇ? ਕਹਿੰਦੇ ਚਤੁਰ ਦਿਸ਼ਾ ਕਿੰਨੂ ਬਲ ਆਪਣਾ। ਕਹਿੰਦੇ ਇਹ ਜਿਹੜੀ ਸ਼ਕਤੀ ਹੈ, ਅਕਾਲ ਪੁਰਖ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨੂੰ ਨਿਰੰਕਾਰ ਕਹਿੰਦੇ ਹਾਂ, ਕਹਿੰਦੇ ਚਤੁਰ ਦਿਸ਼ਾ ਕਿੰਨੂ ਬਲ ਆਪਣਾ। ਕਹਿੰਦੇ ਇਸ ਸ਼ਕਤੀ ਨੇ 4 ਚੁਫੇਰੇ ਸਾਰੀ ਲੁਕਾਈ ਦੇ ਅੰਦਰ ਆਪਣਾ ਹੀ ਪ੍ਰਭਾਵ ਪਾਇਆ ਹੈ, ਔਰ ਇਹਦਾ ਹੀ ਪ੍ਰਭਾਵ ਹੈ। ਸਾਰੀ ਸ਼ਕਤੀ, ਸਾਰਾ ਲੁਕਾਈ, ਸਾਰਾ ਸੰਸਾਰ, ਤੂੰ ਕਿਸੇ ਪਾਸੇ ਵੀ ਦੇਖ, ਕਹਿੰਦੇ ਇਸ ਪਰਮਾਤਮਾ ਨੇ ਹੀ ਆਪਣੀ ਕਲਾ ਵਰਤਾਈ ਹੋਈ ਹੈ। ਆਪਾਂ ਕਿਸੇ ਪਾਸੇ ਝਾਤੀ ਮਾਰੀਏ ਕਦੀ ਜ਼ਿੰਦਗੀ 'ਚ ਦੇਖੋ, ਇਹ ਨਹੀਂ ਆਪਾਂ ਕਹਿ ਸਕਦੇ ਵੀ ਫਲਾਣੇ ਦੇਸ਼ ਜਾਂ ਫਲਾਣੇ ਇਲਾਕੇ ਦੇ ਵਿੱਚ ਪਰਮਾਤਮਾ ਰਹਿੰਦੇ, ਫਲਾਣੇ ਇਲਾਕੇ 'ਚ ਨਹੀਂ ਰਹਿੰਦੇ। ਠੀਕ ਹੈ, ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਹੈ, ਅਕਾਲ ਪੁਰਖ। ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਚਤੁਰ ਦਿਸ਼ਾ ਕਿੰਨੋ ਬਲ ਆਪਣਾ। ਕਹਿੰਦੇ ਆਪਣੀ ਕਲਾ ਵਰਤਾਈ ਹੋਈ ਹੈ ਇਸ ਸ਼ਕਤੀ ਨੇ, ਇਸ ਅਕਾਲ ਪੁਰਖ ਨੇ, ਇਸ ਪਰਮਾਤਮਾ ਨੇ। ਫਿਰ ਕੀ ਕਹਿਣ ਲੱਗੇ? ਕਹਿੰਦੇ ਸਿਰ ਉੱਪਰ ਕਰ ਧਾਰਿਓ। ਸਾਰੀ ਸ੍ਰਿਸ਼ਟੀ ਦਾ ਧਿਆਨ ਰੱਖਦੇ ਆ ਪਰਮਾਤਮਾ। ਅਸੀਂ ਲੋਕ ਭੁਲੇਖੇ 'ਚ ਬਹਿ ਜਾਂਦੇ ਹਾਂ। ਸਾਡੇ ਮਨ ਵਿੱਚ ਆ ਜਾਂਦਾ, ਅਸੀਂ ਜਦੋਂ ਕਦੇ ਦੁਖੀ ਹੋ ਜਾਈਏ ਨਾ, ਤੇ ਸੁਭਾਵਿਕ ਜੀ ਮੂੰਹ ਚੋਂ ਗੱਲ ਨਿਕਲ ਜਾਂਦੀ ਹੈ, ਰੱਬਾ ਸਾਡੇ ਵੱਲ ਕਦੋਂ ਵੇਖੇਗਾ, ਸਾਡੇ ਵੱਲ ਕਦੋਂ ਦੇਖੇਗਾ। ਕਿਹੜੀ ਗੱਲੋਂ? ਕਿ ਅਸੀਂ ਗੁਰੂ ਘਰ ਆਉਂਦੇ ਰਹੇ, ਬਾਣੀ ਪੜ੍ਹਦੇ ਰਹੇ, ਮੱਥੇ ਟੇਕਦੇ ਰਹੇ, ਸੇਵਾ ਕਰਦੇ ਰਹੇ, ਪਰ ਮਨ ਨਹੀਂ ਟਿਕਿਆ, ਮਨ ਨਹੀਂ ਟਿਕਿਆ। ਉਹ ਮਨ ਦੇ ਨਾ ਟਿਕਣ ਕਰਕੇ ਸਾਡੀ ਬਿਰਤੀ ਕੈਸੀ ਬਣ ਗਈ ਕਿ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਸਾਡੀ ਮਨ ਬਿਰਤੀ ਦੇ ਅੰਦਰ ਚੀਜ਼ ਆ ਗਈ ਕਿ ਪਰਮਾਤਮਾ ਸਾਡੇ ਵੱਲ ਦੇਖਦਾ ਹੀ ਨਹੀਂ ਹੈ। ਕਿਹੜੇ ਕਰਕੇ? ਕਿਉਂਕਿ ਜਿਹੜਾ ਦੁੱਖ ਆ, ਉਹ ਦੁੱਖ ਕਰਕੇ ਅਸੀਂ ਦੁੱਖ ਵੱਲ ਧਿਆਨ ਰੱਖਿਆ, ਅਸੀਂ ਗੁਰੂ ਵੱਲ ਧਿਆਨ ਨਹੀਂ ਰੱਖਿਆ, ਪਰਮਾਤਮਾ ਵੱਲ ਧਿਆਨ ਨਹੀਂ ਰੱਖਿਆ, ਜਿਹਦੇ ਕਰਕੇ ਸਾਨੂੰ ਇਹ ਚੀਜ਼ ਮਹਿਸੂਸ ਹੋਈ ਕਿ ਪਰਮਾਤਮਾ ਸਾਡੇ ਵੱਲ ਵੇਖਦੇ ਨਹੀਂ ਹੈ, ਪਰਮਾਤਮਾ ਸਾਡੇ ਵੱਲ ਵੇਖਦੇ ਨਹੀਂ ਹੈ। ਵਿਚਾਰ ਕਰਨਾ ਜ਼ਰਾ ਆਪ ਜੀ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਸਿਰ ਉੱਪਰ ਕਰ ਧਾਰਿਓ। ਕਹਿੰਦੇ ਭਾਵੇਂ ਸਾਰੀ ਸ੍ਰਿਸ਼ਟੀ ਦੇ ਅੰਦਰ ਕਿੰਨੀ ਦੁਨੀਆ ਹੈ, ਕਿੰਨੇ ਜੀਵ ਜੰਤੂ ਨੇ, ਪਰ ਸਾਰਿਆਂ ਦੇ ਸਿਰ ਦੇ ਉੱਤੇ ਪਰਮਾਤਮਾ ਨੇ ਮਿਹਰ ਭਰਿਆ ਹੱਥ ਰੱਖਿਆ ਹੋਇਆ, ਸਭ ਦੇ ਉੱਤੇ। ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਈਏ ਵੀ ਨਹੀਂ ਯਾਰ ਸਾਡੇ ਵੱਲ ਕਿੱਥੇ ਵੇਖਦਾ ਹੈ। ਪਰਮਾਤਮਾ ਸਾਰਿਆਂ ਵੱਲ ਦੇਖਦਾ ਹੈ, ਔਰ ਹਰ ਕਿਸੇ ਦਾ ਧਿਆਨ ਰੱਖਦਾ ਹੈ। ਪਰਮਾਤਮਾ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਣਾ। ਕਿ ਪਰਮਾਤਮਾ ਤੁਸੀਂ ਦਾਤਾਰ ਹੋ, ਦੇਣ ਯੋਗ ਹੋ, ਔਰ ਤੁਹਾਡਾ ਦਿੱਤਾ ਹੀ ਖਾਣ ਰਿਹਾ, ਕੋਈ ਇੱਕ ਜਣਾ ਨਹੀਂ। ਸਾਰੀ ਸ੍ਰਿਸ਼ਟੀ, ਸਾਰੀ ਲੁਕਾਈ, ਸਾਰੇ ਪਾਸੇ ਉਸ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਹੈ। ਸਿਰਫ ਇੱਕ ਵਿਚਾਰ ਕਰਕੇ ਦੇਖਿਓ ਕਿ ਇਹ ਜਿਹੜਾ ਜੀਵਨ ਹੈ ਨਾ ਮਨੁੱਖ ਦਾ, ਇਹ ਅਮੋਲਕ ਹੈ। ਕਿੰਨਾ ਕੁ ਅਮੋਲਕ ਹੈ, ਕਿੰਨੀ ਕੁ ਵਡਿਆਈ ਹੈ ਇਸ ਸਮੇਂ ਦੀ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ ਜਰਾ ਆਪ ਜੀ। ਆਪ ਜੀ ਇੱਕ ਸਿੰਪਲ ਜੀ ਪੰਕਤੀ ਪੜ੍ਹ ਕੇ ਦੇਖਿਓ, ਜਿਹੜੀ ਆਪ ਜੀ ਰੋਜ਼ ਪੜ੍ਹਦੇ ਹੋ। ਅੰਤ ਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਵੇਸਵਾ ਜਾਉਣ ਵੱਲ ਵੱਲ ਉਤਰੇ। ਕਿੱਡੀ ਸੌਖੀ ਪੰਕਤੀ ਹੈ, ਔਰ ਆਪਾਂ ਇਹਨੂੰ ਕਿੱਥੇ ਟਿਕਾ ਦਿੰਦੇ ਹਾਂ। ਆਪਾਂ ਕਹਿੰਦੇ ਹਾਂ ਅੰਤ ਕਾਲ ਜੋ ਇਸਤਰੀ ਸਿਮਰੇ, ਕਹਿੰਦਾ ਆਖਰੀ ਸਵਾਸ ਵਿੱਚ ਜਿਹੜਾ ਬੰਦਾ ਇਸਤਰੀ ਵੱਲ ਧਿਆਨ ਕਰਦਾ ਮਰ ਜਾਂਦਾ ਹੈ। ਪੜ੍ਹੇ ਲਿਖੇ ਬੈਠੇ ਹੋ, ਸਮਝਦਾਰ ਬੈਠੇ ਹੋ, ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਜੇ ਤੇ ਤੁਸੀਂ ਕਿਤੇ ਸਹਿਜ ਪਾਠ ਕੀਤਾ ਹੋਵੇ, ਗੁਰਬਾਣੀ ਪੜ੍ਹੀ ਹੋਵੇ, ਤੇ ਮਾਰਿਓ ਝਾਤੀ
ਵੀ ਜੇ ਗੁਰੂ ਸਾਹਿਬਾਨ ਲਿਖ ਸਕਦੇ ਆ ਵੀ ਅੰਤ ਕਾਲ ਜੋ ਇਸਤਰੀ ਸਿਮਰੇ, ਵੀ ਆਖਰੀ ਸਵਾਦ ਜੇ ਕੋਈ ਬੰਦਾ ਇਸਤਰੀ ਵੱਲ ਧਿਆਨ ਕਰਦਾ ਮਰਦਾ ਹੈ ਤੇ ਉਹਨੂੰ ਵੇਸਵਾ ਜੌਣ ਮਿਲੂਗੀ, ਤੇ ਇਹਦੇ 'ਚ ਲਿਖਿਆ ਨਹੀਂ ਕਿਤੇ ਉਹਨਾਂ ਨੇ, ਪਾਤਸ਼ਾਹ ਨੇ, ਕਿ ਕੋਈ ਇਸਤਰੀ ਆਖਰੀ ਸਵਾਦ 'ਚ ਕਿਹਦੇ ਵੱਲ ਧਿਆਨ ਕਰਦੀ ਮਰ ਜਾਏ ਤੇ ਉਹਨੂੰ ਜਨਮ ਕਿਹੜਾ ਮਿਲੂਗਾ। ਉਹ ਤੇ ਲਿਖਿਆ ਹੀ ਕਿਤੇ ਨਹੀਂ। ਚਾਹੀਦਾ ਸੀ ਨਾ ਉਹ ਵੀ ਇੱਕ, ਹੈ ਨਹੀਂ। 100 ਵਿਚਾਰੀਏ ਭਲਾ। ਉਹ ਗੁਰੂ ਜੀ ਕਹਿੰਦੇ ਅੰਤ ਕਾਲ ਵਡਿਆਈ ਦੱਸਣ ਲੱਗਾ ਸਰੀਰ ਦੀ, ਇਸ ਜਨਮ ਦੀ। ਅੰਤ ਕਾਲ, ਅੰਤ ਪਤਾ ਕਿਹਨੂੰ ਕਹਿੰਦੇ? ਸਮਾਪਤੀ ਨੂੰ। ਤੇ ਕਾਲ ਕਿਹਨੂੰ ਕਹਿੰਦੇ? ਸਮੇਂ ਨੂੰ। ਇਸਤਰੀ ਕਿਹਨੂੰ ਕਹਿੰਦੇ? ਆ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ, ਜੀ ਨਹੀਂ, ਇਹ ਇਸਤਰੀਆਂ ਨਹੀਂ। ਵਿਚਾਰ ਕਰਨਾ ਜ਼ਰਾ, ਇਸਤਰੀਆਂ ਨਹੀਂ। ਗੁਰਬਾਣੀ ਦੇ ਅੰਦਰ ਇਸਤਰੀ ਅੱਖਰ ਵਰਤਿਆ, ਪਰ ਗੁਰਬਾਣੀ ਦੇ ਅੰਦਰ ਹੀ ਦੱਸਿਆ ਗੁਰੂ ਸਾਹਿਬਾਨ ਨੇ, ਕਹਿੰਦੇ ਇਸ ਜੱਗ ਮੈਂ ਪੁਰਖ ਏਕ ਹੈ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਕਹਿੰਦੇ ਇਸ ਸੰਸਾਰ ਦੇ ਅੰਦਰ ਪੁਰਖ ਇਕੱਲਾ ਇੱਕੋ ਹੀ ਹੈ। ਕੌਣ? ਪਰਮਾਤਮਾ। ਹੋਰ ਸਗਲੀ ਸਾਰੀ ਨਾਰ ਸਬਾਈ, ਕਹਿੰਦੇ ਸਾਰੀ ਸ੍ਰਿਸ਼ਟੀ ਨਾਰ ਆ, ਸਾਰੀ ਸ੍ਰਿਸ਼ਟੀ ਔਰਤ ਆ। ਮਾਰੋ ਝਾਤੀ। ਇੱਕ ਪਾਸੇ ਤੇ ਗੁਰੂ ਸਾਹਿਬਾਨ ਕਹਿੰਦੇ ਵੀ ਸਾਰੀ ਸ੍ਰਿਸ਼ਟੀ ਔਰਤ ਆ, ਤੇ ਕਿਹੜਾ ਬੰਦਾ ਆਪਣੀ ਇਸਤਰੀ ਵੱਲ ਧਿਆਨ ਕਰਦਾ ਮਰਦਾ? ਬਈ ਅਸੀਂ ਗੌਰ ਨਹੀਂ ਕੀਤੀ, ਵਿਚਾਰ ਨਹੀਂ ਕੀਤੀ। 100 ਧਿਆਨ ਦਈਏ। ਗੁਰੂ ਜੀ ਤਾਂ ਇਸ਼ਾਰਾ ਕਰਨ ਲੱਗੇ ਮਨੁੱਖੀ ਸਰੀਰ ਬਾਰੇ, ਮਨੁੱਖੀ ਜਨਮ ਬਾਰੇ। ਅੰਤ ਕਾਲ ਕੀ ਕਹਿਣ ਲੱਗੇ? ਕਹਿੰਦੇ ਮਨਾ, ਤੈਨੂੰ ਪਰਮਾਤਮਾ ਨੇ 84 ਦੇ ਗੇੜ ਵਿੱਚ ਪਾਇਆ ਹੈ। ਤੈਨੂੰ ਪਰਮਾਤਮਾ ਨੇ ਇੱਕ ਚੱਕਰ ਵਿੱਚ ਪਾਇਆ ਜਿਹਦਾ ਨਾਂ 84 ਦਾ ਗੇੜਾ ਹੈ। ਕਹਿੰਦੇ ਹਾਂਜੀ। ਕਹਿੰਦੇ ਉਹ ਤੈਨੂੰ ਸਮਾਂ ਨਿਯੁਕਤ ਕਰਕੇ ਦਿੱਤਾ ਵੀ ਇੰਨਾ ਸਮਾਂ ਤੂੰ 84 ਦੇ ਗੇੜ ਵਿੱਚ ਰਵੇਂਗਾ। ਉਹ ਸਮਾਂ ਨਿਯੁਕਤ ਕੀਤਾ ਪਰਮਾਤਮਾ ਨੇ। ਤੇ ਕੀ ਹੋਇਆ? ਹੁਣ ਧਿਆਨ ਦੇਣਾ, ਮਨੁੱਖ ਜਨਮ ਨੂੰ ਛੱਡ ਕੇ ਬਾਕੀ ਜਨਮ ਤੁਸੀਂ ਭੋਗੇ ਜ਼ਰੂਰ ਆ, ਪਰ ਉਹਨਾਂ ਜਨਮਾਂ ਅੰਦਰ ਉਸ ਸਮੇਂ ਦੀ ਸਮਾਪਤੀ ਕਰਨ ਦਾ ਤੁਹਾਨੂੰ ਟਾਈਮ ਨਹੀਂ ਮਿਲਿਆ। 84 ਦਾ ਗੇੜ ਖਤਮ ਕਰਨ ਲਈ ਤੁਹਾਨੂੰ ਪਰਮਾਤਮਾ ਨੇ ਮੌਕਾ ਨਹੀਂ ਦਿੱਤਾ, ਇੱਥੇ ਦਿੱਤਾ। ਅੰਤ ਕਾਲ ਕਹਿਣ ਲੱਗੇ ਭਾਈ ਮਨੁੱਖ ਸਰੀਰ ਮਿਲ ਗਿਆ। ਕਹਿੰਦਾ ਮਿਲ ਗਿਆ। ਕਹਿੰਦੇ ਪਏ ਤੈਨੂੰ ਸਮਾਂ ਮਿਲਿਆ ਹੀ। ਕਹਿੰਦੇ ਕਾਹਦਾ? ਅੰਤ ਕਾਲ। ਕਹਿੰਦੇ ਉਹਦਾ 84 ਦੇ ਗੇੜ 'ਚ ਸਮਾਂ ਤੈਨੂੰ ਮਿਲਿਆ ਸੀ ਘੁੰਮਣ ਦਾ। ਕਹਿੰਦੇ ਉਸ ਸਮੇਂ ਦੀ ਸਮਾਪਤੀ ਕਰਨ ਦਾ ਤੈਨੂੰ ਮੌਕਾ ਹੁਣ ਮਿਲਿਆ। ਮਨੁੱਖ ਦਾ ਜਨਮ ਕੀ ਹੈ? 84 ਦੇ ਗੇੜੇ ਦੀ ਸਮਾਪਤੀ ਕਰਨ ਦਾ ਮੌਕਾ ਮਿਲਿਆ ਹੈ। ਅੰਤ ਕਾਲ, ਉਹਦੀ ਸਮਾਪਤੀ ਕਰਨ ਆਇਆ ਉਸ ਸਮੇਂ ਦੀ। ਤੇ ਇੱਥੇ ਕੀ ਕਰਨ ਰਿਹਾ? ਇਸਤਰੀ ਸਿਮਰੇ। ਹੁਣ ਆਪਾਂ ਇਸਤਰੀ ਅੱਖਰ ਪੜ੍ਹਿਆ, ਸਾਡਾ ਧਿਆਨ ਚਲ ਜਾਂਦਾ ਵੀ ਇਹਨਾਂ ਨੇ ਜਨਾਨੀਆਂ ਦੀ ਗੱਲ ਕੀਤੀ ਹੈ। ਜੀ ਨਹੀਂ, ਧਿਆਨ ਦੇਣਾ। ਸਿਮਰੇ ਕਿਹਨੂੰ ਕਹਿੰਦੇ ਆ? ਯਾਦ ਕਰਨਾ, ਧਿਆਨ ਧਰਨਾ। ਠੀਕ ਹੈ। ਇਸਤਰੀ ਕਿਹਨੂੰ ਕਹਿੰਦੇ ਆ? ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਆਤਮਾ ਨੂੰ ਇਸਤਰੀ ਕਿਹਾ, ਧਨ ਕਿਹਾ, ਕਾਮਨ ਕਿਹਾ, ਕਾਮਣੀ ਕਿਹਾ, ਨਾਰ ਕਿਹਾ, ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਹਾ। ਤੇ ਗੁਰੂ ਜੀ ਕਹਿਣ ਲੱਗੇ ਵੀ ਇਸ ਆਤਮਾ ਨੂੰ ਇੰਨਾ ਕੁਛ ਕਿਹਾ, ਇਸਤਰੀ ਕਿਹਾ, ਕਾਮਨ ਕਿਹਾ, ਕਾਮਣੀ ਕਿਹਾ, ਔਰਤ ਕਿਹਾ, ਨਾਰ ਕਿਹਾ। ਹੁਣ ਧਿਆਨ ਦਿਓ, ਸਰੀਰ ਤੋਂ ਕੋਈ ਔਰਤ ਬਣ ਗਈ ਹੈ, ਸਾਰੀ ਉਮਰ ਔਰਤ ਰਹੇਗੀ, ਤਬਦੀਲ ਨਹੀਂ ਹੋ ਸਕਦੀ। ਪਰ ਧਿਆਨ ਦੇਣਾ, ਇੱਥੇ ਤਬਦੀਲੀ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੋਈ ਔਰਤ ਪੁਰਖ ਨਹੀਂ ਬਣ ਸਕਦੀ, ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਇਹ ਆਤਮਾ ਰੂਪੀ ਔਰਤ ਪੁਰਖ ਬਣ ਸਕਦੀ ਹੈ। ਸੋ ਧਿਆਨ ਦਿਓ, ਔਰਤ ਕਿਉਂ ਕਹਿੰਦੇ ਆ, ਆਤਮਾ ਨੂੰ ਇਸਤਰੀ ਕਿਉਂ ਕਹਿੰਦੇ ਆ, ਨਾਰ ਕਿਉਂ ਕਹਿੰਦੇ ਆ? ਸ਼ਲੋਕ ਮਹਲਾ ਨਾਵਾਂ 'ਚ ਪੜ੍ਹਿਓ। ਜਿੰਨਾ ਚਿਰ ਤੁਹਾਡੀ ਆਤਮਾ ਦੇ ਅੰਦਰ ਅਗਿਆਨਤਾ ਦਾ ਹਨੇਰਾ ਰਹੇਗਾ, ਜਿੰਨਾ ਚਿਰ ਤੁਹਾਡੀ ਆਤਮਾ ਦੇ ਅੰਦਰ ਅਗਿਆਨਤਾ ਦਾ ਹਨੇਰਾ ਰਹੇਗਾ, ਉਹਨਾਂ ਚਿਰ ਇਹ ਇਸਤਰੀ ਕਹਿਲਾਏਗੀ, ਨਾਰ ਕਹਿਲਾਏਗੀ। ਸ਼ਲੋਕ ਮਹਲਾ ਨਾਵਾਂ 'ਚੋਂ ਜਵਾਬ ਲੈ ਲਓ। ਜੈ ਘਟ ਸਿਮਰਨ ਰਾਮ ਕੋ, ਜੈ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਕਹਿੰਦੇ ਜਿਹਦੇ ਅੰਦਰ ਨਾਮ ਸਿਮਰਨ ਹੈ, ਉਹ ਨਾਰ ਤੋਂ ਨਰ ਬਣ ਜਾਂਦੀ ਹੈ, ਅਗਿਆਨਤਾ ਤੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦੀ ਹੈ। ਇਹਨੂੰ ਕਿਹਾ ਉਹਨਾਂ ਨੇ ਅੰਤ ਕਾਲ ਜੋ ਇਸਤਰੀ ਸਿਮਰੇ। ਕਹਿੰਦੇ ਮਨਾ, ਮਨੁੱਖ ਸਰੀਰ ਦੇ ਅੰਦਰ ਤੂੰ ਤੇ ਉਸ ਸਮੇਂ ਦੀ ਸਮਾਪਤੀ ਕਰਨ ਆਇਆ ਸੀ, ਜਿਹੜਾ 84 ਦੇ ਗੇੜ 'ਚ ਘੁੰਮਣ ਲਈ ਮਿਲਿਆ ਸੀ। ਇੱਥੇ ਬੈਠਾ ਵੀ ਇਸਤਰੀ ਸਿਮਰੇ। ਕਹਿੰਦਾ ਭਾਵ ਅਗਿਆਨਤਾ ਦੇ ਹਨੇਰੇ ਵਿੱਚ ਹੀ ਸਮਾਇਆ। ਐਸੀ ਚਿੰਤਾ ਮੈਂ ਜੇ ਮਰੇ। ਕਹਿੰਦੇ ਅਗਰ ਇਸੇ ਚਿੰਤਾ ਦੇ ਅੰਦਰ ਹੀ, ਕਿਹੜੀ ਚਿੰਤਾ? ਸੰਸਾਰ ਵੱਲ ਹੀ ਧਿਆਨ ਕਰਕੇ ਬੈਠਾ ਰਿਹਾ ਤੇ ਸਰੀਰ ਛੱਡ ਗਿਆ, ਤੇ ਕਿਉਂ? ਵੇਸਵਾ ਜਾਉਣ ਵੱਲ ਉਤਰੇ। ਕਿਹੜੀ ਵੇਸਵਾ? ਕੋਠੇ ਵਾਲੀ। ਆਪਾਂ ਤਾਂ ਇਹੀ ਸੁਣਿਆ ਵੀ ਕੋਠੇ ਵਾਲੀ। ਗੁਰੂ ਪਿਆਰਿਓ,
ਜਦੋਂ ਗੁਰਬਾਣੀ ਪੜ੍ਹਦੇ ਹੋ ਨਾ, ਜਿਹੜੀ ਇੱਕ ਪੰਕਤੀ ਪੜ੍ਹ ਲਈ ਉਹਨੂੰ ਅੰਦਰ ਜਗ੍ਹਾ ਦੇਣੀ ਹੈ, ਅੰਦਰ ਜਗ੍ਹਾ ਦੇਣੀ ਹੈ। ਪਰ ਅੰਦਰ ਤੇ ਭਰਿਆ ਪਿਆ, ਬਾਣੀ ਟਿਕੇ ਕਿੱਥੋਂ? ਅੰਦਰ ਤੇ ਭਰਿਆ ਪਿਆ, ਕਾਹਦੇ ਨਾਲ? ਤ੍ਰਿਸ਼ਨਾਵਾਂ ਨਾਲ, ਭਾਵਨਾ ਨਾਲ ਭਰਿਆ ਪਿਆ, ਟਿਕੇ ਕਿੱਥੋਂ ਗੁਰਬਾਣੀ? ਆਓ ਫਿਰ ਗੁਰੂ ਜੀ ਕਹਿਣ ਲੱਗੇ ਵੇਸਵਾ ਜਾਉਣ ਵੱਲ ਉਤਰਿਆ। ਆਪਾਂ ਕਹਿੰਦੇ ਕੋਠੇ ਵਾਲੀ ਵੇਸਵਾ, ਗਣਕਾ ਵੇਸਵਾ ਹੋਈ, ਉਹਨੂੰ ਮਹਾਂਪੁਰ ਘਰ ਜਾ ਕੇ ਤਾਰ ਕੇ ਆਏ, ਉਹਦਾ ਨਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਤੇ ਜੇ ਆਪਾਂ ਵੇਸਵਾ ਬਣ ਜਾਗੇ ਤਾਂ ਕੀ ਹੋਊ? ਅਗਲੀ ਗੱਲ, ਜਿਹੜੀ ਕੋਠੇ ਵਾਲੀ ਹੈ ਵੇਸਵਾ, ਕੌਣ ਹੈ ਉਹ? ਹੈ ਤੇ ਮਨੁੱਖ ਹੀ ਹੈ ਨਾ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਉਹਦੇ ਕੋਲ ਤੇ ਵਾਰੀ ਹੈ ਨਾ ਪਰਮਾਤਮਾ ਨੂੰ ਮਿਲਣ ਦੀ। ਪੜ੍ਹੀ ਜੋ ਬਣੀ, ਅੱਗੇ ਕੀ ਲਿਖਿਆ? ਗੁਰੂ ਜੀ ਕਹਿੰਦੇ ਭਾਈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਹਰੇ ਹਰੇ। ਕਰੋੜਾਂ ਅਪਰਾਧ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਈਏ, ਗੁਰੂ ਦਾ ਪੱਲਾ ਫੜ ਲਈਏ, ਤਰ ਜਾਈਦਾ, ਤੇ ਆਪਾਂ ਕਿੱਦਾਂ ਕਹਿ ਦੇਵਾਂਗੇ ਵੇਸਵਾ ਡੁੱਬ ਜੂਗੀ? ਉਹ ਧੰਦਾ ਆ। ਸੋ ਫਿਰ ਵੇਸਵਾ ਕਿਹਾ ਕਿਉਂ? ਵੇਸਵਾ ਜਾਉਣ ਵੱਲ ਉਤਰੇ। ਉਹ ਕਿਹੜੀ ਵੇਸਵਾ ਜਾਉਣ ਹੈ ਬਈ? ਧਿਆਨ ਦਿਓ, ਵੇਸਵਾ ਜਾਉਣ ਲਿਖਿਆ ਜਨਮ, ਉਹ ਮਨੁੱਖ ਜਾਮੇ 'ਚ ਜਿਹੜੀ ਕੋਠੇ ਵਾਲੀ ਹੈ। ਸੋ ਵੇਸਵਾ ਕਿਹਨੂੰ ਕਹਿੰਦੇ ਆ? ਵੇਸਵਾ ਅੱਖਰ ਗੁਰੂ ਜੀ ਨੇ ਤਾਂ ਵਰਤਿਆ, ਕਹਿੰਦੇ ਮਰ ਜਾਤੀ ਜਿਹੜੀ ਵੇਸਵਾ ਨਾ, ਉਹ ਸੁਹਾਗਣ ਨਹੀਂ ਹੁੰਦੀ ਕਦੀ, ਉਹਦੇ ਨਾਲ ਕੋਈ ਵਿਆਹ ਨਹੀਂ ਕਰਾਉਂਦਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਆਤਮਾ, ਜੇ ਐਸ ਜਾਮੇ ਦੇ ਅੰਦਰ ਤੂੰ ਨਾਮ ਸਿਮਰਨ ਨਹੀਂ ਕੀਤਾ ਤੇ ਤੇਰੀ ਦਸ਼ਾ ਵੇਸਵਾ ਵਰਗੀ ਹੋ ਜਾਏਗੀ। ਤੇਰਾ ਪਰਮਾਤਮਾ ਦੇ ਨਾਲ ਨਾਤਾ ਨਹੀਂ ਜੁੜੇਗਾ, ਤੇਰਾ ਵਿਆਹ ਨਹੀਂ ਹੋਏਗਾ, ਤੂੰ ਕਦੀ ਪਰਮਾਤਮਾ ਨਾਲ ਸੁਹਾਗਣ ਨਹੀਂ ਹੋਵੇਗੀ। ਇਹਨੂੰ ਕਹਿੰਦੇ ਵੇਸਵਾ ਜਾਉਣ ਵੱਲ ਉਤਰੇ। ਵੇਸਵਾ ਜੂਨ 'ਚ ਪੈ ਜਾਏਗੀ। ਕਹਿੰਦਾ ਪਾ ਪਰਮਾਤਮਾ ਨਾਲ ਤੇਰਾ ਵਿਆਹ ਨਹੀਂ ਹੋਏਗਾ, ਨਾਤਾ ਨਹੀਂ ਜੁੜੇਗਾ। ਇਸ ਕਰਕੇ ਅਗਿਆਨਤਾ ਨੂੰ ਛੱਡ ਕੇ ਤੇ ਗੁਰੂ ਚਰਨਾਂ 'ਚੋਂ ਗਿਆਨ ਦੀ ਦਾਤ ਲੈ, ਸਿਮਰਨ ਕਰੋ। ਤਾਂ ਉਹਨਾਂ ਨੇ ਕਿਹਾ, ਕੀ ਕਿਹਾ? ਕਹਿੰਦੇ ਚਤੁਰ ਦਿਸ਼ਾ ਕੀਨੋ ਬਲ ਆਪਣਾ। ਕਹਿੰਦੇ ਉਹ ਸ਼ਕਤੀ, ਉਹ ਅਕਾਲ ਪੁਰਖ ਐਸਾ ਹੈ ਕਿ ਉਹਨੇ ਚਾਰੇ ਦਿਸ਼ਾ ਦੇ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ। ਔਰ ਤੂੰ ਚਿੰਤਾ ਨਾ ਕਰ, ਚਿੰਤਾ ਨਾ ਕਰ, ਸਿਰ ਉੱਪਰ ਕਰ ਧਾਰਿਓ। ਕਹਿੰਦੇ ਹਰ ਕਿਸੇ ਦੇ ਸਿਰ ਦੇ ਉੱਤੇ ਪਰਮਾਤਮਾ ਨੇ ਆਪਣਾ ਹੱਥ ਰੱਖਿਆ ਹੋਇਆ। ਕਹਿੰਦੇ ਧਿਆਨ ਦੇਖਿਓ, ਕੁੱਤਾ ਤੁਰਿਆ ਫਿਰਦਾ, ਡੰਗਰ ਤੁਰਿਆ ਫਿਰਦਾ। ਬੇਸ਼ੱਕ ਆਪਾਂ ਕਿਤੇ ਕਹਿ ਲਈਏ, ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ ਨਾ, ਤੇ ਸੁਭਾਵਿਕ ਜੀ ਗੱਲ ਆ, ਰੋਟੀ ਜਦੋਂ ਖਾ ਲੈਂਦੇ ਹਾਂ, ਲੰਮੇ ਪੈਣ ਲੱਗਿਆ, ਰੋਟੀ ਖਾ ਲਈ, ਪਹਿਲਾਂ ਤਾਂ ਖਾ ਕੇ ਕੀ ਕਹਿੰਦਾ, ਲੈ ਵੀ ਹੁਣ ਸਾਰੀ ਦੁਨੀਆ ਰੋਟੀ ਖਾ ਕੇ ਬਹਿ ਗਈ ਹੋਣੀ, ਸਾਰੇ ਰਜਾਈ 'ਚ ਲੰਮੇ ਪਏ ਹੋਣੇ ਆ। ਪਰ ਧਿਆਨ ਦੇਣਾ, ਬੜੇ ਐਸੇ ਹੋਣੇ ਆ ਜਿਨ੍ਹਾਂ ਕੋਲ ਰਜਾਈ ਨਹੀਂ। ਪਰ ਧਿਆਨ ਦਿਓ, ਉਹਨਾਂ ਕੋਲ ਰਜਾਈ ਪਰਮਾਤਮਾ ਕਿਸੇ ਨਾ ਕਿਸੇ ਦੇ ਅੰਦਰ ਵੜ ਕੇ ਦਿਆਲੂ ਬਣਾ ਕੇ ਰਜਾਈ ਪਹੁੰਚਾ ਦਿੰਦਾ। ਜਾਂ ਦਿਆ ਉਹਨੂੰ, ਸਾਨੂੰ ਕੰਬਲ ਦਿਆ, ਠੀਕ ਹੈ। ਇਹ ਕੀ ਹੈ? ਇਹ ਰੱਬ ਦੀ ਖੇਡ ਹੈ, ਸਭ ਦਾ ਧਿਆਨ ਰੱਖਦਾ ਹੈ ਪਰਮਾਤਮਾ। ਪਰ ਧਿਆਨ ਕਰਨਾ ਜਰਾ, ਗੁਰੂ ਸਾਹਿਬ ਮੈਨੂੰ ਕਹਿਣ ਲੱਗੇ, ਕਹਿੰਦੇ ਕਿਰਪਾ ਖਟਾਕ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਇਹ ਕਿਰਪਾ ਖਟਾਕ, ਖਟਾਕ ਕਿਹਨੂੰ ਕਹਿੰਦੇ? ਨਿਗਾਹ। ਅਵਲੋਕਨ ਕਿਹਨੂੰ ਕਹਿੰਦੇ? ਵੇਖਣਾ। ਕਹਿੰਦੇ ਕਿਰਪਾ ਖਟਾਕ ਅਵਲੋਕਨ ਕੀਨੋ। ਕਹਿੰਦੇ ਏਡੀ ਕੋਈ ਗੱਲ ਨਹੀਂ, ਸਾਰੀ ਸ੍ਰਿਸ਼ਟੀ ਦੇ ਸਿਰ ਤੇ ਹੱਥ ਰੱਖਿਆ ਹੈ, ਸਾਰੀ ਸ੍ਰਿਸ਼ਟੀ ਨੂੰ ਰੋਟੀ ਪਾਣੀ ਦਾ ਧਿਆਨ ਰੱਖਦਾ, ਪਹੁੰਚਾਉਂਦਾ ਹੈ। ਪਰ ਜੇ ਕਿਸੇ ਉੱਤੇ ਉਹ ਰੱਬ ਦਾ ਪਿਆਰਾ ਭਗਤੀ ਕਰਦਾ ਹੈ, ਉਹਦੇ ਵੱਲ ਧਿਆਨ ਧਰਦਾ ਹੈ, ਉਹਦਾ ਸਿਮਰਨ ਕਰਦਾ ਹੈ, ਤੇ ਪਰਮਾਤਮਾ ਫਿਰ ਕਿਰਪਾ ਭਰੀ ਨਿਗਾਹ ਨਾਲ ਉਹਨੂੰ ਵੇਖਦਾ ਹੈ, ਉਹਨੂੰ ਵੇਖਦਾ ਹੈ। ਧਿਆਨ ਦੇਣਾ, ਨਿਗਾਹਾਂ ਦੋ ਪ੍ਰਕਾਰ ਦੀਆਂ। ਇੱਕ ਸੰਸਾਰ ਦਾ ਧਿਆਨ ਰੱਖਣਾ, ਸਾਰੇ ਦਾ, ਸਭ ਨੂੰ ਰੋਟੀ ਪਾਣੀ ਦੇਣੀ, ਸਭ ਨੂੰ ਜਿਹੜੀ ਚੀਜ਼ ਦੀ ਲੋੜ ਹੈ ਪਹੁੰਚਾਉਣੀ। ਪਰ ਇੱਕ ਕਿਰਪਾ ਭਰੀ ਨਿਗਾਹ ਕੇਵਲ ਤਾਂ ਕੇਵਲ ਭਗਤਾਂ ਤੇ ਹੁੰਦੀ ਹੈ। ਭਗਤਾਂ ਕੀ ਪੈਜ ਆਪ ਰੱਖਦਾ ਆ। ਉਹ ਨਿਗਾਹ ਵਿਰਲਿਆਂ ਤੇ ਹੁੰਦੀ ਹੈ, ਸਾਰਿਆਂ ਤੇ ਨਹੀਂ ਹੁੰਦੀ। ਉਸ ਨਿਗਾਹ ਨਾਲ ਪਰਮਾਤਮਾ ਵੇਖਦੇ ਨੇ ਤੇ ਕੀ ਕਰਦੇ ਆ? ਦਾਸ ਕਾ ਦੁੱਖ ਵਿਦਾਰਿਓ। ਵਿਦਾਰਿਓ ਕਹਿੰਦੇ ਨਾਸ਼ ਕਰ ਦੇਣਾ। ਹੁਣ ਧਿਆਨ ਨਾਲ ਪੜ੍ਹੋ, ਲਿਖਿਆ ਕਿ ਦਾਸ ਕਾ, ਸਾਰਿਆਂ ਦਾ ਨਹੀਂ ਲਿਖਿਆ, ਦਾਸ ਕਾ। ਉਹਨੇ ਦੁੱਖ ਪੈਦਾ ਕਿੱਥੋਂ ਹੁੰਦਾ? ਇਹ ਦੁੱਖ ਆਉਂਦਾ ਕਿੱਥੋਂ? ਦੁੱਖ ਪੈਦਾ ਕਿੱਥੋਂ ਹੁੰਦਾ? ਵਿਚਾਰ ਕਰਨਾ। ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਆਪ ਜਿੰਨੇ ਦਰਿਆ ਵਗਦੇ ਵੇਖੇ ਆ, ਗੰਗਾ ਵਗਦੀ ਵੇਖੀ ਹੈ, ਪਿਆਸ ਵਗਦਾ ਵੇਖਿਆ, ਰਾਵੀ ਵਗਦੀ ਵੇਖੀ, ਦਰਿਆ ਬੜੇ ਬੜੇ ਵੱਡੇ ਵਗਦੇ ਵੇਖੇ ਆਪ ਜੀ ਨੇ। ਪਰ ਵਿਚਾਰ ਕਰਿਓ,
ਇਹ ਜਿਹੜੇ ਦਰਿਆ ਨਾ ਏਡੇ ਏਡੇ ਵੱਡੇ ਵਗਣ ਡਏ, ਜੇ ਕਿਤੇ ਨੂੰ ਕਿਸੇ ਨੂੰ ਮੌਕਾ ਲੱਗਾ ਹੋਵੇ ਤੇ ਜਿੱਥੋਂ ਇਹ ਨਿਕਲਦੇ ਆ ਨਾ ਦਰਿਆ, ਜਦੋਂ ਉੱਥੇ ਜਾ ਕੇ ਦੇਖੀ ਨਾ, ਉੱਥੇ ਇੱਕ ਨਿੱਕਾ ਜਿਹਾ ਝਰਨਾ ਹੀ ਹੁੰਦਾ, ਨਿੱਕਾ ਜਿਹਾ ਝਰਨਾ। ਜਦੋਂ ਉਹਨੂੰ ਵੇਖੀਦਾ ਤੇ ਵੇਖ ਕੇ ਹੈਰਾਨ ਹੋ ਜਾਈਦਾ ਵੀ ਕਮਾਲ ਹੈ ਯਾਰ, ਦਰਿਆ ਤੇ ਬੜਾ ਵੱਡਾ, ਗੰਗਾ ਤੇ ਬੜੀ ਵੱਡੀ, ਤੇ ਇੱਥੋਂ ਤੇ ਨਿੱਕਾ ਜਿਹਾ ਝਰਨਾ ਨਿਕਲਣ ਡਿਆ। ਉੱਥੋਂ ਇੱਕ ਝਰਨਾ ਨਿਕਲਦਾ, ਉਹ ਕੀ ਕਰਦਾ, ਥੋੜਾ ਜਿਹਾ ਅੱਗੇ ਜਾ ਕੇ ਉਹਦੇ ਨਾਲ ਕਈ ਝਰਨੇ ਹੋਰ ਰਲਦੇ ਆ, ਉਹ ਨਿੱਕੇ ਨਿੱਕੇ ਨੇ, ਪਰ ਜਦੋਂ ਸਾਰੇ ਇਕੱਠੇ ਹੁੰਦੇ ਨੇ ਇੱਕ ਦਰਿਆ ਦਾ ਰੂਪ ਧਾਰਨ ਕਰ ਲੈਂਦੇ ਆ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਵਿਚਾਰ ਕਰਨਾ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਭੋਲਿਆ ਮਨਾ ਵਿਚਾਰ ਕਰ, ਇੱਕ ਝਰਨਾ ਨਿੱਕਾ ਜਿਹਾ ਸੀ, ਪਰ ਉਹਦੇ ਨਾਲ ਬਾਕੀ ਅੱਗੇ ਝਰਨੇ ਰਲਦੇ ਗਏ ਤੇ ਦਰਿਆ ਦਾ ਰੂਪ ਧਾਰਨ ਕਰ ਦਿੱਤਾ। ਕਹਿੰਦੇ ਤੇਰੇ ਅੰਦਰ ਦੁੱਖ ਪਤਾ ਕਿੱਥੋਂ ਪੈਦਾ ਹੋਏ ਆ? ਕਹਿੰਦੇ ਕਿੱਥੋਂ? ਜਿਹੜੀਆਂ ਤੇਰੇ ਅੰਦਰ ਖਾਸ਼ਾਂ ਆ, ਜਿਹੜੀਆਂ ਤੇਰੇ ਅੰਦਰ ਤ੍ਰਿਸ਼ਨਾਵਾਂ ਆ, ਜਿਹੜੀਆਂ ਖਾਸ਼ਾਂ ਤੇਰੇ ਅੰਦਰ, ਮੰਗਾਂ ਤੇਰੇ ਅੰਦਰ। ਕਹਿਣ ਲੱਗੇ ਧਿਆਨ ਨਹੀਂ, ਇੱਕ ਖਾਸ਼ ਪੈਦਾ ਹੁੰਦੀ, ਇੱਕ ਖਾਸ਼, ਔਰ ਇੱਕ ਖਾਸ਼ ਦੇ ਨਾਲ ਨਿੱਕੀ ਨਿੱਕੀਆਂ ਖਾਸ਼ਾਂ ਬਣਦੀਆਂ, ਤੇ ਬਣਨ ਦੇ ਨਾਲ ਕੀ ਹੁੰਦਾ ਕਿ ਦਰਿਆ ਦਾ ਰੂਪ ਧਾਰਨ ਕਰ ਲੈਂਦੀਆਂ। ਬਹੁਤ ਜ਼ਿਆਦਾ ਖਾਸ਼ਾਂ ਬਣ ਜਾਂਦੀਆਂ ਅੰਦਰ। ਤੇ ਵਿਚਾਰ ਕਰੋ ਹੁੰਦਾ ਕੀ ਹੈ, ਦਰਿਆ ਵਹਿੰਦਾ ਆਇਆ, ਜਦੋਂ ਪਾਣੀ ਦਾ ਇਕੱਠ ਹੋਇਆ, ਦਰਿਆ ਵਹਿੰਦਾ ਆਇਆ, ਤੇ ਵਿਚਾਰ ਕਰਨਾ ਉਹਦੇ ਵਹਿਣ ਦੇ ਨਾਲ, ਉਹਦੇ ਪ੍ਰਵਾਹ ਦੇ ਨਾਲ ਕਈ ਚੀਜ਼ਾਂ ਰੁੜ ਜਾਂਦੀਆਂ, ਕਈ ਚੀਜ਼ਾਂ ਰੁੜ ਜਾਂਦੀਆਂ। ਤੇ ਜਿਹੜੇ ਬੰਦੇ ਦੇ ਅੰਦਰ ਖਾਸ਼ਾਂ ਨੇ, ਤ੍ਰਿਸ਼ਨਾਵਾਂ ਨੇ, ਜਿਹਦੇ ਅੰਦਰ ਉਹ ਦਰਿਆ ਖਾਸ਼ਾਂ ਦਾ ਵਗਦਾ ਹੈ ਅੰਦਰ, ਤੇ ਧਿਆਨ ਦਿਓ, ਜਦੋਂ ਉਹ ਖਾਸ਼ਾਂ ਦਾ ਦਰਿਆ ਵਗਦਾ ਹੈ, ਉਹ ਬਾਣੀ ਪੜ੍ਹਦਾ ਤਾਂ ਜ਼ਰੂਰ ਹੈ, ਪਰ ਗੁਰੂ ਦਾ ਗਿਆਨ ਉਹਦੀਆਂ ਖਾਸ਼ਾਂ ਰੂਪੀ ਦਰਿਆਵਾਂ 'ਚ ਹੀ ਵਗ ਜਾਂਦਾ ਹੈ। ਕਰਦਾ ਬਹੁਤ ਕੁਝ ਆ ਉਹ, ਮੈਂ ਗੁਰੂ ਘਰ ਜਾਂਦਾ, ਮੈਂ ਪਾਠ ਕਰਦਾ, ਮੈਂ ਸੇਵਾ ਕਰਦਾ ਹੈ, ਬਹੁਤ ਕੁਝ ਕਰਦਾ ਹੈ, ਪਰ ਧਿਆਨ ਦਿਓ ਜਰਾ। ਗੁਰੂ ਸਾਹਿਬਾਨ ਕਹਿਣ ਲੱਗੇ ਤੇਰੇ ਅੰਦਰ ਖਾਸ਼ਾਂ ਦਾ ਦਰਿਆ ਵਗਦਾ ਸੀ, ਉਹਨਾਂ ਖਾਸ਼ਾਂ ਦੇ ਦਰਿਆ ਦੇ ਅੰਦਰ ਹੀ ਵਹਿਣ 'ਚ ਵਹਿ ਗਿਆ ਸਭ ਕੁਛ। ਕਿਵੇਂ? ਕਈ ਸੱਜਣ ਆਪ ਜੀ ਨੂੰ ਮਿਲਣਗੇ, ਕੀ ਕਹਿਣਗੇ, ਯਾਰ 50 ਸਾਲ ਹੋ ਗਏ, ਸਾਨੂੰ ਵੀ ਤਾਂ 60 ਸਾਲ ਹੋ ਗਏ, ਅਸੀਂ ਗੁਰੂ ਘਰ ਦੀ ਸੇਵਾ ਕਰਦੇ ਹਾਂ, ਪਾਠ ਕਰਦੇ ਹਾਂ, ਇੰਨੀ ਗੁਰਬਾਣੀ ਪੜ੍ਹੀ ਹੈ, ਇੰਨਾ ਕੁਝ ਕੀਤਾ, ਸਾਨੂੰ ਤਾਂ ਕੋਈ ਸੁੱਖ ਮਿਲਿਆ ਹੀ ਨਹੀਂ। ਕਿਹੜੀ ਗੱਲੋਂ? ਕਿ ਤੂੰ ਜੋ ਕੁਝ ਕੀਤਾ ਨਾ, ਤੇਰੇ ਅੰਦਰ ਇੱਕ ਦਰਿਆ ਵਗਦਾ ਫਿਰਦਾ, ਨਾਲ ਦੀ ਨਾਲ ਵਹਿੰਦਾ ਜਾਣ ਡਿਆ, ਨਾਲ ਦੀ ਨਾਲ ਰੁੜਦਾ ਜਾ ਰਿਹਾ। ਕਹਿੰਦਾ ਜੀ ਕਿਉਂ? ਵਿਚਾਰ ਕਰਨਾ। ਗੁਰੂ ਸਾਹਿਬਾਨ ਨੇ ਤਾਂ ਬਹੁਤ ਕੁਝ ਕਿਹਾ, ਪਰ ਆਪਾਂ ਫੜਨ ਦੀ ਕੋਸ਼ਿਸ਼ ਨਹੀਂ ਕੀਤੀ, ਆਪਣਾ ਲੋੜ ਨਹੀਂ ਪਈ। ਕਿਵੇਂ ਗੁਰੂ ਸਾਹਿਬਾਨ ਨੇ ਕਿਹਾ? ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਆਸਾਂ ਵਿੱਚ ਅਤ ਦੁੱਖ ਘਣਾ, ਆਸਾਂ ਵਿੱਚ ਅਤ ਦੁੱਖ ਘਣਾ, ਮਨਮੁਖ ਚਿੱਤ ਲਾਇਆ। ਕਹਿੰਦੇ ਜਿਹੜੀਆਂ ਆਸਾਂ ਨੇ ਨਾ, ਆਸਾਂ ਜਿਹੜੀਆਂ ਸਾਡੇ ਅੰਦਰ ਖਾਸ਼ਾਂ ਨੇ, ਕਹਿੰਦਾ ਇਹ ਤਾਂ ਬਹੁਤ ਵੱਡਾ ਦੁੱਖ ਹੁੰਦਾ ਹੈ। ਆਪਾਂ ਦੁੱਖ ਦੀ ਗੱਲ ਕਰ ਰਹੇ ਪਏ ਨਾ, ਦਾਸ ਕਾ ਦੁੱਖ ਬਤਾ, ਦੁੱਖ ਪੈਦਾ ਕਿੱਥੋਂ ਹੋਇਆ? ਤੇ ਗੁਰੂ ਸਾਹਿਬਾਨ ਨੇ ਕਲੀਅਰ ਕਰ ਦਿੱਤਾ, 1249 ਅੰਗ ਦੇ ਉੱਤੇ ਪੜ੍ਹ ਕੇ ਦੇਖੋ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿੱਤ ਲਾਇਆ। ਕਹਿੰਦੇ ਜਿਹੜੀਆਂ ਆਸਾਂ ਨੇ ਨਾ, ਇਹਨਾਂ ਦੁੱਖ ਬਹੁਤ ਵੱਡਾ ਹੈ, ਪਰ ਮਨਮੁਖ, ਮਨਮੁਖ ਮਤਲਬ ਕੀ ਹੈ? ਕਹਿੰਦਾ ਜਿਹੜਾ ਆਪਣੇ ਮਨ ਮਗਰ ਲੱਗਾ ਨਾ, ਜਿਹੜਾ ਕੇਵਲ ਆਪਣੇ ਮਨ ਦੀ ਸੁਣਦਾ ਹੈ, ਕਹਿੰਦਾ ਮਨ ਦੇ ਮਗਰ ਤੁਰਨ ਵਾਲੇ ਅੰਦਰ ਆਸਾਂ ਪੈਦਾ ਹੁੰਦੀਆਂ ਨੇ। ਇਹ ਜਿੰਨੇ ਮਰਜ਼ੀ ਮੱਥੇ ਟੇਕ ਲਵੇ, ਜਿੰਨੇ ਮਰਜ਼ੀ ਗੁਰੂ ਘਰ ਸੇਵਾ ਕਰ ਲਵੇ, ਪਰ ਇਹ ਮਨ ਦੀ ਗੱਲ ਮੰਨਦਾ ਹੈ, ਤੇ ਮਨ ਦੀ ਗੱਲ ਮੰਨਣ ਕਰਕੇ ਇਹਦੇ ਅੰਦਰ ਆਸਾ ਦਾ ਪ੍ਰਵਾਹ ਚੱਲਦਾ ਹੈ। ਪ੍ਰਵਾਹ ਕਿਹਨੂੰ ਕਹਿੰਦੇ? ਜੀ ਦੇਖੋ, ਦਰਿਆ ਦਾ ਪਾਣੀ ਵਗਦਾ ਹੋਵੇ ਤਾਂ ਆਪਾਂ ਕਹਿੰਦੇ ਹਾਂ ਪਾਣੀ ਦਾ ਪ੍ਰਵਾਹ ਚੱਲਣ ਰਿਹਾ, ਪਾਣੀ ਦਾ ਪ੍ਰਵਾਹ ਚੱਲਣ ਰਿਹਾ। ਬੱਚੇ ਨੇ ਪੁੱਛਿਆ, ਕਹਿੰਦਾ ਪਿਤਾ ਜੀ ਪਾਣੀ ਚੱਲਦਾ ਤਾਂ ਸੁਣਿਆ ਹੈ, ਕਿਉਂਕਿ ਛੋਟਾ ਬੱਚਾ ਜੇ ਇੰਨੀ ਭਾਸ਼ਾ ਨਹੀਂ ਆਉਂਦੀ, ਤੁਸੀਂ ਕਹਿੰਦੇ ਹੋ ਪਾਣੀ ਦਾ ਪ੍ਰਵਾਹ ਚੱਲ ਰਿਹਾ, ਪ੍ਰਵਾਹ ਕਿਹਨੂੰ ਕਹਿੰਦੇ? ਕਹਿੰਦੇ ਪੁੱਤਰ ਖਲੋ ਜਾ, ਦੇਖੀ ਜਦ ਪਾਣੀ ਗੱਲ ਦੇਖੀ ਆ, ਕਹਿੰਦੇ ਪ੍ਰਵਾਹ ਚੱਲ ਰਿਹਾ ਹੈ। ਕਹਿੰਦੇ ਹਾਂਜੀ, ਪਰ ਪ੍ਰਵਾਹ ਕਹਿੰਦੇ ਕਿਹਨੂੰ ਆ? ਕਹਿੰਦੇ ਪ੍ਰਵਾਹ ਦਾ ਮਤਲਬ ਇਹ ਆ ਕਿ ਜਿਹੜਾ ਪਾਣੀ ਅੱਗੇ ਜਾਈ ਜਾ ਰਿਹਾ, ਉਹਦੇ ਪਿੱਛੇ ਪਾਣੀ ਹੋਰ ਆਈ ਜਾ ਰਿਹਾ, ਪਿੱਛੇ ਹੋਰ ਆਈ ਜਾ ਰਿਹਾ, ਪਿੱਛੇ ਹੋਰ ਆਈ ਜਾ ਰਿਹਾ, ਪ੍ਰਵਾਹ ਚੱਲੀ ਜਾ ਰਿਹਾ ਲਗਾਤਾਰ, ਪਿੱਛੋਂ ਪਾਣੀ ਨਵਾਂ ਤੁਰਿਆ ਆ ਰਿਹਾ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਆਸਾ ਵਿੱਚ ਅਤ ਦੁੱਖ ਘਣਾ, ਕਹਿੰਦੇ ਜਿਹਦੇ ਅੰਦਰ ਝੂਠੀਆਂ ਆਸਾਂ ਨਾ, ਜਿਹਦੇ ਅੰਦਰ ਖਾਸ਼ਾਂ ਨੇ, ਕਹਿੰਦੇ ਇਹਦੇ ਅੰਦਰ ਵੀ ਪ੍ਰਵਾਹ ਚੱਲਦਾ ਹੈ, ਖਾਸ਼ ਕੋਈ ਖਤਮ ਨਹੀਂ ਹੁੰਦੀ, ਨਵੀਆਂ ਤੁਰੀਆਂ ਆਉਂਦੀਆਂ ਨੇ। ਸਾਡੇ ਮਨ ਵਿੱਚ ਨਾ ਆਸਾਂ ਨਵੀਆਂ ਤੁਰੀਆਂ ਹੀ ਆਉਂਦੀਆਂ, ਦਰਿਆ ਦੀ ਨਿਆਈ ਵਹਿੰਦੀਆਂ, ਠੀਕ ਹੈ। ਫਿਰ ਧਿਆਨ ਦਿਓ ਹੁੰਦਾ ਕੀ ਹੈ, ਦਰਿਆ ਪਾਣੀ ਦਾ ਨਾ ਢਾਹ ਲਾ ਲੈਂਦਾ, ਰੋੜ ਕੇ ਲੈ ਜਾਂਦਾ। ਇਹ ਖਾਸ਼ਾਂ, ਇਹ ਜਿਹੜੀਆਂ ਸਾਡੇ ਅੰਦਰ ਮੰਗਾਂ ਨੇ ਨਾ, ਇਹ ਸਾਡੇ ਅੰਦਰ ਦੀ ਜਿਹੜੀ ਕਮਾਈ ਆ ਉਹਨੂੰ ਰੋੜ ਕੇ ਲੈ ਜਾਂਦੀਆਂ ਨੇ। ਕਿੱਦਾਂ? ਜਿਹੜਾ ਆਪਾਂ ਹੌਲੀ ਜੀ ਕਹਿੰਦੇ ਨਾ, ਉਹ ਯਾਰ ਅਸੀਂ ਕਿਤੇ ਘੱਟ ਗੁਰਦੁਆਰੇ ਗਏ ਹਾਂ,
ਅਸੀਂ ਤਾਂ ਮੱਥੇ ਟੇਕੇ ਹੀ ਹੈ, ਸਾਨੂੰ ਤਾਂ ਕੋਈ ਲੱਭਾ ਨਹੀਂ। ਕਿਹੜੀ ਗੱਲੋਂ? ਉਹਨਾਂ ਨੇ ਜੋ ਕੁਝ ਕੀਤਾ ਉਹ ਵਹਿਣਾ 'ਚ ਬਹਿ ਗਿਆ, ਰੁਕਿਆ ਨਹੀਂ ਹੈ, ਟਿਕਿਆ ਨਹੀਂ। ਕਿਹੜੀ ਗੱਲੋਂ ਬਹਿ ਗਿਆ? ਉਹ ਵਹਿ ਤਾਂ ਗਿਆ ਕਿ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਵਿਚਾਰ ਕਰਕੇ ਦੇਖਣਾ ਆਪ ਜੀ। ਹੁਣ ਇੱਕ ਨੂੰ ਗੁਰੂ ਜੀ ਨੇ ਕਹਿ ਦਿੱਤਾ ਵੀ ਇਹ ਜਿਹੜਾ ਮਨ ਮਗਰ ਲੱਗਦਾ, ਮਨ ਦੇ ਮਗਰ ਲੱਗ ਕੇ ਤੁਰਦਾ, ਇਹਦੀਆਂ ਆਸਾਂ ਜਿਹੜੀਆਂ ਆਸਾਂ ਕਰਕੇ ਦਰਿਆ ਵਗਦਾ ਸੀ ਤੇ ਜੋ ਕੁਝ ਕੀਤਾ ਪਾਣੀ 'ਚ ਵਹਿ ਗਿਆ। ਅੱਗੇ ਹੋਰ ਵੀ ਕੁਝ ਦੱਸਿਆ ਉਹਨਾਂ ਨੇ, ਠੀਕ ਹੈ। ਉਹ ਵਿਚਾਰ ਕਰਨਾ। ਆਪ ਜੀ ਨੇ ਕੀ ਕਹਿਣ ਲੱਗੇ? ਕਹਿੰਦੇ ਗੁਰਮੁਖ ਭੈ ਨਿਰਾਸ਼ ਪਰਮ ਸੁਖ ਪਾਇਆ। ਗੁਰਮੁਖ ਭੈ ਨਿਰਾਸ਼। ਹੁਣ ਦੇਖੋ ਇੱਥੇ ਗੁਰਮੁਖ ਆ ਗਿਆ। ਕਹਿੰਦੇ ਜਿਹੜੇ ਗੁਰੂ ਦੇ ਮਗਰ ਚੱਲਦੇ ਆ, ਗੁਰੂ ਦੇ ਮਾਰਗ ਦੇ ਚੱਲਦੇ ਆ, ਗੁਰਬਾਣੀ ਪੜ੍ਹਦੇ ਆ, ਔਰ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਦੀ ਵਿਚਾਰ ਕਰਦੇ ਆ, ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕਰਦੇ ਆ, ਗੁਰੂ ਦੇ ਮਾਰਗ ਤੇ ਚੱਲਦੇ ਆ। ਕਹਿੰਦੇ ਉਹਨਾਂ ਦੀ ਗੱਲ ਸੁਣ ਲਓ। ਕਹਿੰਦੇ ਜਿਹੜਾ ਮਨਮੁਖ ਹੈ, ਮਨ ਮਗਰ ਤੁਰਦਾ, ਉਹ ਆਸਾ ਲਾ ਕੇ ਬੈਠਾ, ਤੇ ਜਿਹੜਾ ਗੁਰੂ ਮਗਰ ਤੁਰਦਾ ਹੈ ਉਹ ਨਿਰਾਸ਼ ਹੋ ਕੇ ਬੈਠਾ ਹੈ। ਗੁਰਮੁਖ ਭੈ ਨਿਰਾਸ਼। ਕਹਿੰਦੇ ਜਿਹੜੇ ਗੁਰੂ ਮਗਰ ਤੁਰਦੇ ਨਾ, ਗੁਰੂ ਦੇ ਰਾਹ ਤੇ ਤੁਰਦੇ ਆ, ਉਹ ਨਿਰਾਸ਼ ਹੋ ਜਾਂਦੇ, ਨਿਰਾਸ। ਉਹਨਾਂ ਅੰਦਰ ਕੋਈ ਆਸ ਨਹੀਂ ਹੁੰਦੀ। ਧਿਆਨ ਦੇਣਾ, ਕੋਈ ਆਸ ਨਹੀਂ ਹੁੰਦੀ। ਉਹ ਕੋਈ ਨਹੀਂ ਕਹਿੰਦੇ ਵੀ ਦੇਖ ਵੀ ਮੈਂ ਗੁਰੂ ਘਰ ਗਿਆ, ਮੈਂ ਆਹ ਕੰਮ ਕੀਤਾ, ਮੈਂ ਸੁਖਣਾ ਸੁਖੀ ਮੇਰਾ ਕੰਮ ਬਣ ਜਾਊਗਾ। ਕੁਛ ਨਹੀਂ ਇਹੋ ਜਿਹੀ ਗੱਲਬਾਤ ਕਰਦੇ। ਉਹ ਪਤਾ ਕੀ ਕਹਿੰਦੇ ਆ? ਕਿਸੇ ਗੁਰਮੁਖ ਨਾਲ ਗੱਲ ਕਰਿਓ ਜਰਾ। ਕਿਸੇ ਗੁਰਮੁਖ ਨਾਲ ਗੱਲ ਕੀਤੀ, ਉਹ ਵਿਚਾਰਾ ਦੁਖੀ ਸੀਗਾ, ਠੀਕ ਹੈ। ਉਹਦੇ ਬੱਚੇ ਦਾ ਵਿਆਹ ਨਹੀਂ ਸੀ ਹੋਣ ਡਿਆ। ਜਿਹੜਾ ਜਾਇਆ ਕਰੇ, ਭਾਜੀ ਬੱਚਾ ਬੜੀ ਵੱਡੀ ਉਮਰ ਦਾ ਹੋ ਗਿਆ। ਕਹਿੰਦੇ ਹਾਂਜੀ, ਤੇ ਕੁਛ ਤੁਸੀਂ ਕਰਦੇ ਕਿਉਂ ਨਹੀਂ? ਇਹਦਾ ਵਿਆਹ ਕਰੋ। ਉਹ ਅੱਗੋਂ ਕਹਿੰਦਾ ਜਦੋਂ ਰੱਬ ਦਾ ਹੁਕਮ ਹੋ ਜੂ। ਗੁਰਮੁਖ ਜਦੋਂ ਪਰਮਾਤਮਾ ਕਿਰਪਾ ਕਰੂ ਹੋ ਜੂ। ਪਰ ਤੁਹਾਨੂੰ ਪਤਾ ਲੋਕੀ ਰੋਜ਼ ਦਿਹਾੜੀ ਕੋਈ ਨਾ ਕੋਈ ਆ ਜਾ ਕਰੇ। ਉਹ ਨਹੀਂ ਡੋਲਿਆ, ਉਹ ਨਹੀਂ ਡੋਲਿਆ। ਉਹਦੀ ਘਰ ਦੀ ਇੱਕ ਦਿਨ ਕਹਿੰਦੀ ਗੱਲ ਸੁਣੋ, ਇਹ ਸਾਰੇ ਲੋਕੀ ਜਾ ਕੇ ਮੱਥਾ ਟੇਕਦੇ ਆ, ਗੁਰੂ ਘਰ ਜਾਂਦੇ ਆ, ਬੇਨਤੀ ਕਰਦੇ ਬੱਚੇ ਦਾ ਵਿਆਹ, ਤੁਸੀਂ ਕਿਉਂ ਨਹੀਂ ਕਰਦੇ? ਤੇ ਅੱਗੋਂ ਬੜੇ ਪਿਆਰ ਨਾਲ ਕਹਿੰਦਾ ਭਲੀ ਲੋਕੇ ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਕਹਿੰਦਾ ਛਾਲੇ ਸਾਰੇ ਹੀ ਮਾਰਦੇ ਫਿਰਦੇ, ਪਰ ਹੁੰਦਾ ਉਹੀ ਹੈ ਜੋ ਅਕਾਲ ਪੁਰਖ ਕਰਦਾ ਹੈ। ਦੂਜੀ ਗੱਲ, ਕਹਿੰਦਾ ਆਪਾਂ ਰੋਜ਼ ਗੁਰੂ ਘਰ ਜਾਂਦੇ ਹਾਂ, ਰੋਜ਼ ਗੁਰੂ ਘਰ ਜਾ ਕੇ ਗੁਰਬਾਣੀ ਸਰਵਣ ਕਰਦੇ ਹਾਂ, ਕੀਰਤਨ ਸਰਵਣ ਕਰਦੇ ਹਾਂ, ਕਥਾ ਸਰਵਣ ਕਰਦੇ ਹਾਂ। ਕਹਿੰਦਾ ਕਰਦਿਆਂ ਸਰਵਣ ਸੁਣਦਿਆਂ ਅੱਜ ਬਿਰਤੀ ਇਸ ਲੈਵਲ ਤੇ ਚਲੀ ਗਈ ਹੈ। ਕਹਿੰਦੇ ਇੱਕ ਵਕਤ ਸੀ ਪੰਕਤੀ ਸੁਣਦਾ ਸੀ, ਅੱਜ ਉਹ ਪੰਕਤੀ ਅੰਦਰ ਘਰ ਗਈ। ਕਿਹੜੀ? ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਇਹ ਚਿਰ ਅਰਦਾਸ। ਕਹਿੰਦੇ ਉਹਨੂੰ ਬਿਨਾਂ ਬੋਲੇ ਹੀ ਪਤਾ, ਮੈਨੂੰ ਲੋੜ ਪਈ ਦੱਸਣ ਦੀ, ਉਹਨੂੰ ਮੈਂ ਵੱਡਾ ਹੋ ਗਿਆ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਗੁਰਮੁਖ ਨਹੀਂ ਇਹ ਗੱਲਾਂ ਕਰਦਾ ਕਿ ਮੈਂ ਗੁਰੂ ਘਰ ਗਿਆ ਸਾਂ, ਮੇਰੇ ਅੰਦਰ ਆਸ ਪੈਦਾ ਹੋਈ, ਮੇਰੀ ਆਸ ਹੀ ਨਹੀਂ ਪੂਰੀ ਹੋਈ, ਮੈਂ ਕੀ ਲੈਣ ਜਾਣਾ ਗੁਰੂ ਘਰ, ਮੈਂ ਟੁੱਟ ਗਿਆ, ਮੈਂ ਨਹੀਂ ਜਾਣਾ, ਅੱਜ ਤੋਂ ਬਾਅਦ ਮੈਂ ਨਹੀਂ ਜਾਇਆ ਕਰਨਾ। ਕੀ ਹੈ ਇਹ? ਮਨਮੁਖ ਦੀਆਂ ਨਿਸ਼ਾਨੀਆਂ। ਆਪ ਜੀ ਪੜ੍ਹੀ ਜਾਓ, ਆਸ ਉੱਤੇ ਹੀ ਟਿਕ ਕੇ ਕਿੰਨੀਆਂ ਪੰਕਤੀਆਂ ਪੜ੍ਹ ਲਓ। ਆਪ ਜੀ ਗੁਰੂ ਸਾਹਿਬਾਂ ਲਿਖਦੇ ਇੱਕ ਜਗ੍ਹਾ ਤੇ, ਕਬੀਰ ਸਾਹਿਬਾਂ ਲਿਖਦੇ ਆ, ਕੀ ਲਿਖਦੇ ਆ? ਕਹਿੰਦੇ ਸੁਰਗ ਬਾਸ ਨਾ ਬਸੀਏ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ। ਕਬੀਰ ਸਾਹਿਬ ਨੂੰ ਕਹਿੰਦੇ ਵੀ ਸਵਰਗਾਂ ਦੀ ਖੁਸ਼ਬੂ ਨਹੀਂ ਲੈਣੀ। ਇਹ ਨਹੀਂ ਮਨ ਵਿੱਚ ਕਦੀ ਲਿਆਉਣਾ ਕਿ ਮੈਂ ਗੁਰੂ ਘਰ ਜਾਣਾ, ਮੈਂ ਗੁਰੂ ਦਾ ਸੇਵਕ ਹਾਂ, ਜਾਂ ਮੈਂ ਬਾਣੀ ਪੜ੍ਹਦਾ ਹਾਂ ਤੇ ਮੈਂ ਸਵਰਗਾਂ ਨੂੰ ਜਾਣਾ। ਕਹਿੰਦੇ ਸੁਰਗ ਬਾਸ ਨਾ ਬਸੀਏ, ਸਵਰਗਾਂ ਦੀ ਖੁਸ਼ਬੂ ਨਹੀਂ ਲੈਣੀ, ਡਰੀਏ ਨਾ ਨਰਕ ਨਿਵਾਸ। ਕਹਿੰਦੇ ਕਦੀ ਨਰਕਾਂ ਦੇ ਨਿਵਾਸ ਤੋਂ ਡਰਨਾ ਨਹੀਂ। ਹੋਣਾ ਹੈ ਸੋ ਹੋਈ ਹੈ। ਕਹਿੰਦੇ ਹੋਣਾ ਜੋ ਹੋਣਾ ਉਹੀ ਹੋਣਾ, ਮਨੇ ਨਾ ਕੀਜੈ ਆਸ। ਕਹਿੰਦਾ ਮਨ 'ਚ ਆਸ ਨਹੀਂ ਲਾਉਣੀ, ਠੀਕ ਹੈ, ਵੀ ਮੇਰਾ ਕੰਮ ਆਹ ਬਣਨਾ ਚਾਹੀਦਾ, ਮੈਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ। ਕਦੀ ਮਨ ਵਿੱਚ ਇਹ ਵੀ ਨਹੀਂ ਕਹਿਣਾ। ਧਿਆਨ ਦਿਓ, ਜਿਹੜਾ ਆਪਾਂ ਕਹਿੰਦੇ ਆ ਨਾ ਵੀ ਮਨ ਨਹੀਂ ਟਿਕਦਾ, ਆਪਾਂ ਲੋਕ ਬੜੇ ਕਹਿੰਦੇ ਮਨ ਨਹੀਂ ਟਿਕਦਾ, ਤੇ ਕਬੀਰ ਸਾਹਿਬ ਨੇ ਇੱਕ ਜਗ੍ਹਾ ਤੇ ਕਹਿ ਦਿੱਤਾ, ਕਹਿੰਦੇ ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹਿੰਦਾ ਜੇ ਸਵਰਗਾਂ ਨੂੰ ਜਾਣ ਦੀ ਖੁਸ਼ਬੂ ਤੇਰੇ ਮਨ 'ਚ ਆ ਗਈ ਨਾ, ਤੇ ਤੇਰੇ ਮਨ ਵਿੱਚ ਨਾਮ ਨਹੀਂ ਟਿਕਣਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਣਾ ਤੇਰੇ ਅੰਦਰ। ਕਿਉਂ? ਇਹ ਆਸਾਂ ਇੱਕ ਤਰ੍ਹਾਂ ਦਾ ਹੜ੍ਹਿਆ, ਇੱਕ ਤਰ੍ਹਾਂ ਦਾ ਦਰਿਆ ਵਗਦਾ ਹੈ, ਇਹ ਪਾਣੀ ਨੂੰ ਰੋੜ ਕੇ ਲੈ ਜਾਂਦੀ ਹੈ। ਜਿੰਨੀ ਅਸੀਂ ਕਮਾਈ ਕਰਦੇ ਹਾਂ, ਜੋ ਅਸੀਂ ਕਰਦੇ ਹਾਂ, ਸਭ ਕੁਝ ਰੁੜ ਜਾਂਦਾ। ਆਸ ਨਹੀਂ ਰੱਖਣੀ, ਮੰਗਣ ਦੀ ਕੋਈ ਲੋੜ ਨਹੀਂ। ਆਪਾਂ ਕਹਿੰਦੇ ਨਾ ਵੀ ਗੁਰੂ ਕੋਲੋਂ ਮੰਗਣਾ ਕਿਉਂ ਨਹੀਂ? ਫਿਰ ਧਿਆਨ ਦੇਣਾ, ਜੇ ਤੁਹਾਡੇ ਮਨ 'ਚ ਆ ਜਾਵੇ ਕਿ ਮੰਗਣਾ ਕਿਉਂ ਨਹੀਂ,
ਤੇ ਗੁਰਬਾਣੀ 'ਚ ਲਿਖਿਆ ਸਭ ਕੁਛ ਹੀ ਹੈ। ਸਿਰਫ ਆਪ ਜੀ ਨੇ ਪੜ੍ਹਿਆ ਨਹੀਂ ਧਿਆਨ ਨਾਲ। ਗੁਰੂ ਸਾਹਿਬਾਨ ਕਹਿਣ ਲੱਗੇ, ਅੰਨ ਮੰਗਿਆ ਦਾਨ ਦੇਵਣਾ। ਧਿਆਨ ਦਿਓ, ਅੰਨ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ। ਗੁਰੂ ਸਾਹਿਬਾਨ ਕਹਿਣ ਲੱਗੇ ਅੰਨ ਮੰਗਿਆ ਦਾਨ ਦੇਵਣਾ। ਕਹਿੰਦੇ ਭਾਈ ਗੱਲ ਸੁਣੋ, ਇਹ ਤੁਹਾਡੀ ਬਿਰਤੀ ਹੋਊਗੀ ਕਿ ਸਾਡੇ ਕੋਲ ਕੋਈ ਕੁਝ ਮੰਗੇ ਅਸੀਂ ਦਈਏ। ਕਹਿੰਦਾ ਇਹ ਪਰਮਾਤਮਾ ਦੀ ਬਿਰਤੀ ਨਹੀਂ ਹੈ। ਉਹ ਅਕਾਲ ਪੁਰਖ ਆ, ਸ੍ਰਿਸ਼ਟੀ ਉਹਦੀ ਬਣਾਈ ਹੈ, ਪਰ ਉਹ ਸ੍ਰਿਸ਼ਟੀ ਦਾ ਮਾਲਕ ਆ। ਠੀਕ ਹੈ, ਤੇ ਕਹਿੰਦੇ ਫਿਰ ਉਹਦੇ ਕੋਲ ਮੰਗਣ ਦੀ ਲੋੜ ਨਹੀਂ, ਅੰਨ ਮੰਗਿਆ ਦਾਨ ਦੇਵਣਾ। ਕਹਿੰਦਾ ਉਹ ਤਾਂ ਅੰਨ ਮੰਗਿਆ ਬਿਨਾਂ ਮੰਗਣ ਤੋਂ ਬਗੈਰ ਹੀ ਦਾਨ ਦਿੰਦਾ। ਕਹਿੰਦਾ ਭਾਵ ਦਾਨ ਅੱਖਰ ਕਿਉਂ ਵਰਤਿਆ? ਅੰਨ ਮੰਗਿਆ ਦਾਨ ਦੇਵਣਾ, ਦਾਨ ਅੱਖਰ ਪਤਾ ਕਿਉਂ ਵਰਤਿਆ? ਦਾਨ ਅੱਖਰ ਤਾਂ ਵਰਤਿਆ, ਦਾਨ ਦਾ ਭਾਵ ਹੁੰਦਾ ਜਿਹੜੀ ਚੀਜ਼ ਫ੍ਰੀ 'ਚ ਮਿਲ ਜਾਵੇ, ਮੁਫਤ 'ਚ ਮਿਲ ਜਾਵੇ। ਗੁਰੂ ਸਾਹਿਬਾਨ ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰੀ, ਪਰਮਾਤਮਾ ਕਿਸੇ ਦੀ ਚੀਜ਼ ਕੋ ਦਿੰਦਾ ਨਾ ਤਾਂ ਉਹਦਾ ਮੁੱਲ ਲੈ ਕੇ ਨਹੀਂ ਦਿੰਦਾ, ਮੁੱਲ ਲੈ ਕੇ ਨਹੀਂ ਦਿੰਦਾ। ਕਹਿੰਦਾ ਕਿਉਂ? ਕਹਿੰਦੇ ਵੇਖ, ਤੂੰ ਮੰਗ ਲਏਗਾ, ਸਰੀਰ ਦੀ ਖਾਤਰ ਕੋਈ ਚੀਜ਼ ਮੰਗ ਲਏਗਾ, ਝੂਠੀ ਆਸਾ ਤੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਕੋਈ ਚੀਜ਼ ਮੰਗ ਲਏਗਾ, ਪਰ ਦੇਖ ਪਰਮਾਤਮਾ ਬਿਨਾਂ ਮੰਗਿਆ ਦੇਣ ਡਿਆ। ਕਹਿੰਦੇ ਕੀ ਦਿੰਦਾ ਪਿਆ? ਕਹਿੰਦੇ ਬਿਨਾਂ ਮੰਗਿਆ ਪਰਮਾਤਮਾ ਹਵਾ ਦੇਣ ਡਿਆ। 1 ਸੈਕਿੰਡ ਲਈ ਹਵਾ ਬੰਦ ਹੋ ਜੇ ਬੰਦਾ ਖਤਮ ਹੋ ਜਾਂਦਾ। ਉਹ ਤਾਂ ਬਿਨਾਂ ਮੰਗਿਆ ਹੀ ਆਉਣ ਡਈ, ਆਪੇ ਦੇਣ ਡਿਆ। ਉਹਦੀ ਕੁਦਰਤ ਹੈ, ਉਹਨੇ ਦੇਣੀ। ਠੀਕ ਹੈ, ਜੋ ਕੁਛ ਵੀ ਉਹਨੇ ਕਰਨਾ ਹੈ ਸਾਡੇ ਲਈ ਪਰਮਾਤਮਾ ਕਰਦੇ ਪਏ ਨੇ। ਪਰਮਾਤਮਾ ਨੂੰ ਸਾਡੇ ਜੀਵਨ ਦੀ ਚਿੰਤਾ ਹੈ, ਪਰਮਾਤਮਾ ਨੂੰ ਸਾਡੇ ਇੱਕ ਪਲ ਦੀ ਖਬਰ ਹੈ, ਔਰ ਉਹਨੂੰ ਚਿੰਤਾ ਹੈ ਮੈਂ ਕਿਹੜੇ ਵੇਲੇ ਨੂੰ ਕੀ ਦੇਣਾ। ਅਸੀਂ ਲੋਕ ਭੁਲੇਖੇ 'ਚ ਹਾਂ। ਗੁਰੂ ਜੀ ਨੇ ਬਾਣੀ 'ਚ ਲਿਖਿਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਕਹਿੰਦਾ ਚਿੰਤਾ ਨਾ ਕਰੋ। ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਚਿੰਤਾ ਉਹਦੀ ਹੈ। ਵਿਚਾਰ ਕਰਨਾ, ਕੋਈ ਬੱਚਾ ਹੈ, ਅਗਰ ਤੁਸੀਂ ਮਾਂ ਬਾਪ ਹੋ, ਉਹ ਛੋਟਾ ਬੱਚਾ ਹੈ ਜੀ, ਤੁਹਾਨੂੰ ਪਤਾ ਇਹ ਕੁਝ ਨਹੀਂ ਕਰ ਸਕਦਾ, ਇਹ ਆਪਣੇ ਹੱਥ ਨਾਲ ਦੁੱਧ ਨਹੀਂ ਪੀ ਸਕਦਾ, ਕਿਤੇ ਤੁਰ ਕੇ ਜਾ ਨਹੀਂ ਸਕਦਾ, ਕਿਸੇ ਕੋਲ ਕੁਝ ਖੋ ਨਹੀਂ ਸਕਦਾ, ਕਿਸੇ ਕੋਲ ਕੁਝ ਮੰਗ ਨਹੀਂ ਸਕਦਾ। ਆਪ ਜੀ ਚਿੰਤਾ ਲੱਗੀ ਹੈ। ਬੱਚਾ ਸੁੱਤਾ ਹੈ, ਮਾਂ ਟਾਈਮ ਦੇਖਦੀ ਹੈ, ਇਹਨੂੰ ਘੰਟਾ ਹੋ ਗਿਆ ਸੁੱਤਾ, ਉੱਠਣ ਵਾਲਾ ਹੈ, ਮੈਂ ਤਾਂ ਦੁੱਧ ਤਿਆਰ ਕਰ ਲਵਾਂ। ਜੇ ਉਹ ਆਪਣਾ ਝੰਗਾਉਂਦੀ ਹੈ, ਮੈਂ ਫਟਾਫਟ ਫਲਾਣਾ ਕੰਮ ਕਰ ਲਵਾਂ, ਬੱਚੇ ਨੂੰ ਉੱਠ ਪੈਣਾ, ਮੈਂ ਦੁੱਧ ਪਿਆਉਣਾ। ਚਿੰਤਾ ਹੈ ਉਹਨੂੰ, ਬੱਚਾ ਹੈ। ਕਿਉਂ ਚਿੰਤਾ ਹੈ? ਕਿਸੇ ਨੇ ਕਿਹਾ, ਕਹਿੰਦਾ ਯਾਰ ਲੰਮਾ ਪਿਆ ਪਿਆ ਪੇ ਪੀ ਜੂਗਾ। ਕਿ ਮਾਂ ਕੀ ਕਹਿੰਦੀ? ਕਹਿੰਦੀ ਅਜੇ ਬੱਚਾ ਹੈ, ਅਜੇ ਕੋਈ ਇੰਨੀ ਤਾਕਤ ਨਹੀਂ, ਸਾਡਾ ਫਰਜ਼ ਅਸੀਂ ਧਿਆਨ ਰੱਖਣਾ ਬੱਚੇ ਦਾ। ਘਰ ਵਾਲੇ ਨੂੰ ਸਮਝਾਉਂਦੀ ਹੈ, ਘਰ ਵਾਲਾ ਕਹਿੰਦਾ ਆਹ ਕੰਮ ਕਰਦੇ ਪਹਿਲਾਂ, ਕਹਿੰਦੀ ਨਹੀਂ ਤੂੰ ਸਿਆਣਾ ਹੈ, ਉਹ ਬੱਚਾ ਹੈ। ਤੇ ਗੁਰੂ ਸਾਹਿਬਾਨ ਨੇ ਬਾਣੀ 'ਚ ਲਿਖਿਆ, ਕਹਿੰਦੇ ਰੱਬ ਦੀ ਪ੍ਰਾਪਤੀ, ਰੱਬ ਨਾਲ ਮਿਲਾਪ ਪਤਾ ਕਿਵੇਂ ਹੁੰਦਾ? ਕਹਿੰਦੇ ਪਾਇਓ ਬਾਲ ਬੁੱਧ ਸੁਖ ਰਹੇ। ਕਹਿੰਦਾ ਬਚਪਨ ਦੀ ਬੁੱਧੀ, ਬੱਚੇ ਦੀ ਬੁੱਧੀ ਰੱਖ ਆਪਣੀ। ਤੇ ਬੱਚਾ ਕੀ ਕਰਦਾ? ਬੱਚਾ ਲਾਪਰਵਾਹ ਆ, ਬੱਚੇ ਨੂੰ ਕੋਈ ਚਿੰਤਾ ਨਹੀਂ ਮੈਨੂੰ ਕਿਸੇ ਚੁੱਕਿਆ, ਦੁੱਧ ਮਿਲਿਆ ਕਿ ਨਹੀਂ ਮਿਲਿਆ, ਆਪੇ ਮਿਲ ਜਾਣਾ। ਤੇ ਜੇ ਟੱਟੀ ਪਿਸ਼ਾਬ ਕਰਤੀ, ਆਪੇ ਕਿਸੇ ਸਾਫ਼ ਕਰ ਦੇਣੀ ਹੈ। ਜਿੱਦਣ ਸਾਡੀ ਬਿਰਤੀ ਬਣ ਗਈ ਨਾ ਕਿ ਅਸੀਂ ਆਪਣਾ ਕੰਮ ਕਰੀ ਜਾਈਏ, ਬਾਕੀ ਪਰਮਾਤਮਾ ਤੁਹਾਨੂੰ ਆਪੇ ਦੇਈ ਜਾਣਾ। ਪਰ ਬਣਦੀ ਕਿੱਥੇ ਬਿਰਤੀ ਹੈ? ਬਣਦੀ ਕਿੱਥੇ? ਸਾਡਾ ਇਸ ਪਾਸੇ ਧਿਆਨ ਹੀ ਨਹੀਂ ਜਾਂਦਾ, ਸਾਡੀ ਅਵਸਥਾ ਨਹੀਂ ਬਣੀ ਹੈ ਨਾ। ਸਾਨੂੰ ਤਾਂ ਅਸੀਂ ਤਾਂ ਗੁਰੂ ਘਰ ਜਾਣ ਲੱਗਦੇ ਹਾਂ, ਜਾਂ ਮੱਥਾ ਟੇਕਣ ਲੱਗਦੇ ਹਾਂ, ਜਾਂ ਅਸੀਂ ਗੁਰਬਾਣੀ ਪੜ੍ਹਨ ਲੱਗਦੇ ਹਾਂ, ਸਾਡੇ ਮਨ ਵਿੱਚ ਤਾਂ ਪਹਿਲਾਂ ਚਿੰਤਾ ਲੱਗੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਨਿਤਨੇਮ ਕਰਨ ਲੱਗਾ, 5 ਬਾਣੀਆਂ ਦਾ ਪਾਠ ਕਰਨ ਲੱਗਾ, ਕਿਰਪਾ ਕਰਿਓ ਫਲਾਣਾ ਕੰਮ ਬੜੇ ਚਿਰ ਦਾ ਫਸਿਆ ਕੱਢ ਦਿਓ। ਕੀ ਹੈ? ਕਦੀ ਕਹਿਣ ਜੋਗੇ ਹੈਗੇ ਹੋ ਤੇ ਕਹਿ ਲਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਨਿਤਨੇਮ ਕਰ ਲਾਂਗੇ, ਕਿਤੇ ਗੁਰਬਾਣੀ ਦੀ ਸੋਝੀ ਆ ਜਾਵੇ, ਸੋਝੀ ਆ ਜਾਵੇ। ਜੋ ਕਰਾਉਣਾ ਚਾਹੁੰਦੇ ਹੋ ਕਰਨ ਜੋਗੇ ਹੋ ਜਾਈਏ ਕਿਤੇ। ਜਿੱਦਾਂ ਤੁਹਾਡੀ ਮਨ ਬਿਰਤੀ ਐਸੀ ਬਣ ਗਈ, ਇਹ ਅਕਾਲ ਪੁਰਖ ਪਰਮਾਤਮਾ ਕਰ ਕਿਰਪਾ, ਕੈਸੀ ਕਿਰਪਾ ਕਿ ਤੇਰੇ ਜੋਗੇ ਹੋ ਜਾਈਏ। ਫਿਰ ਧਿਆਨ ਦੇਣਾ। ਗੁਰੂ ਸਾਹਿਬਾਨ ਨੇ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜਦੋਂ ਗੁਰਬਾਣੀ ਪੜ੍ਹਦਾ, ਗੁਰਬਾਣੀ ਸਰਵਣ ਕਰਦਾ ਹੈ, ਕੀਰਤਨ ਸਰਵਣ ਕਰਦਾ ਹੈ, ਨਾਮ ਸਿਮਰਨ ਕਰਦਾ ਹੈ, ਤੇਰੀ ਬਿਰਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਹਿੰਦਾ ਜੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਹਿੰਦੇ ਫਿਰ ਧਿਆਨ ਦੇ। ਗੁਰੂ ਸਾਹਿਬਾਨ ਕਹਿਣ ਲੱਗੇ, ਕਾਹੂ ਫਲ ਕੀ ਇੱਛਾ ਨਹੀਂ ਬਚੇ, ਕਾਹੂ ਫਲ ਕੀ ਇੱਛਾ ਨਹੀਂ ਬਚੇ, ਕੇਵਲ ਭਗਤ ਕੀਰਤਨ ਸੰਗ ਰਚੇ। ਗੁਰੂ ਸਾਹਿਬਾਨ ਸਮਝਾਉਣ ਲੱਗੇ,
ਕਹਿੰਦੇ ਕਾਹੂ ਫਲਕੀ ਇੱਛਾ ਨਹੀਂ ਬਚੇ। ਕਹਿਣ ਲੱਗਾ ਜਦੋਂ ਤੂੰ ਕੀਰਤਨ ਸੁਣਨ ਲੱਗਦਾ ਜਾਂ ਕਰਨ ਲੱਗਦਾ, ਗੁਰਬਾਣੀ ਪੜ੍ਹਨ ਲੱਗਦਾ ਜਾਂ ਸੁਣਨ ਲੱਗਦਾ, ਜਾਂ ਸੁੱਤ ਸ਼ਬਦ ਦਾ ਮਿਲਾਪ ਕਰਨ ਲੱਗਦਾ ਹੈ, ਜਾਂ ਗੁਰੂ ਘਰ ਆ ਕੇ ਕੋਈ ਸੇਵਾ ਕਰਨ ਲੱਗਦਾ, ਕਹਿੰਦੇ ਕਰੀ, ਪਰ ਇੱਕ ਮਨ ਵਿੱਚ ਗੱਲ ਧਾਰ ਲਈ ਪਹਿਲਾਂ, ਕੀ ਕਾਹੂ ਫਲ ਕੀ ਇੱਛਾ ਨਹੀਂ ਬਚੇ। ਕਹਿੰਦਾ ਉਹ ਸੇਵਾ ਕਰਨ ਲੱਗਿਆ ਤੇਰੇ ਮਨ ਵਿੱਚ ਕਿਸੇ ਫਲ ਦੀ ਇੱਛਾ ਨਹੀਂ ਹੋਣੀ ਚਾਹੀਦੀ, ਤੇਰੇ ਮਨ ਵਿੱਚ ਫਲ ਦੀ ਇੱਛਾ ਨਹੀਂ ਹੋਣੀ ਚਾਹੀਦੀ। ਔਰ ਇਹ ਗੱਲ ਸਾਡੇ ਅੰਦਰ ਪਹਿਲੀ ਹੈ, ਇਹ ਸਾਡੇ ਇੱਕ ਫਿਦਰਤ ਆ, ਸਾਡੀ ਇੱਕ ਸੋਚ ਆ। ਕੈਸੀ ਸੋਚ ਆ? ਅਸੀਂ ਪਹਿਲਾਂ ਗੱਲ ਹੀ ਇਹੀ ਸੋਚਦੇ ਹਾਂ ਕਿ ਜੇ ਮੈਂ ਗੁਰੂ ਘਰ ਚੱਲਿਆ, ਇੱਕ ਸੱਜਣ ਮਿਲੇ, ਕਹਿੰਦੇ ਜੀ ਦੇਖੋ ਮੈਂ ਬਚਪਨ ਸੁਣਦਾ ਹੁੰਦਾ ਸੀ ਵੀ ਗੁਰੂ ਘਰ ਆਓ, ਬਾਣੀ ਪੜ੍ਹੋ, ਕੀਰਤਨ ਸਰਵਣ ਕਰੋ, ਕਥਾ ਸਰਵਣ ਕਰੋ, ਗੁਰੂ ਘਰ ਦੀ ਸੇਵਾ ਕਰੋ, ਬਹੁਤ ਕੁਝ ਮਿਲਦਾ। ਤੇ ਅਸੀਂ ਪੁੱਛਿਆ ਕੀ ਗੱਲ ਹੋ ਗਈ, ਮਿਲਦਾ? ਤੇ ਅੱਗੋਂ ਹੱਸ ਕੇ ਕਹਿੰਦਾ ਮੈਨੂੰ ਤਾਂ 15 ਸਾਲ ਹੋ ਗਏ ਕਰਦੇ ਕੁਝ ਵੀ ਨਹੀਂ ਮਿਲਿਆ, ਕੁਝ ਵੀ ਨਹੀਂ ਮਿਲਿਆ। ਹੋ ਗਿਆ ਕੁਝ ਨਹੀਂ ਮਿਲਿਆ? ਕਹਿੰਦਾ ਨਹੀਂ, ਕੀ ਲੈਣਾ ਸੀ? ਕਹਿੰਦਾ ਲੈਣਾ ਕਿ ਕੰਮ ਕਰ ਤਾਂ ਉੱਥੇ ਦਾ ਉੱਥੇ ਖੜਾ, ਕੰਮ ਕਾਰ 'ਚ ਵਾਧਾ ਹੀ ਕੋਈ ਨਹੀਂ ਹੋਇਆ। ਨਹੀਂ ਖਾਲਸਾ, ਕੰਮ ਕਾਰ 'ਚ ਵਾਧਾ ਹੋ ਸਕਦਾ ਸੀ। ਕਹਿੰਦਾ ਕਿਵੇਂ? ਤੂੰ ਟਿਕਿਆ ਹੀ ਕੰਮ ਕਰ ਤੱਕ ਆ, ਤੇਰੀ ਬਿਰਤੀ ਕੰਮ ਕਰ ਤੱਕ ਨਹੀਂ। ਤੂੰ ਗੁਰਬਾਣੀ ਜਿੰਨੀ ਪੜ੍ਹੀ ਹੈ, ਜਿੰਨਾ ਗੁਰੂ ਘਰ ਆ ਕੇ ਕਥਾ ਸਰਵਣ ਕੀਤੀ ਹੈ, ਕੀਰਤਨ ਸਰਵਣ ਕੀਤਾ ਹੈ, ਤੂੰ ਇਸ ਕੰਮ ਕਾਰ ਲਈ ਕੀਤਾ ਹੈ, ਤੂੰ ਪਰਮਾਤਮਾ ਨਾਲ ਜੁੜਨ ਲਈ ਨਹੀਂ ਕੀਤਾ। ਧਿਆਨ ਦੇਣਾ। ਉਹ ਕੀ ਕਹਿਣ ਲੱਗੇ? ਕਹਿੰਦੇ ਕੇਵਲ ਭਗਤ ਕੀਰਤਨ ਸੰਗ ਰਾਚੇ। ਕਹਿੰਦਾ ਭਗਤ ਜਿਹੜਾ ਨਾ, ਕੇਵਲ ਤਾਂ ਕੇਵਲ ਜਦੋਂ ਕੀਰਤਨ ਸੁਣਦਾ ਹੈ, ਕੀਰਤਨ ਕਿਹਨੂੰ ਕਹਿੰਦੇ ਨੇ? ਧਿਆਨ ਦੇਣਾ, ਕੀ ਜਿਹਦੀ ਕੀਮਤ ਦਿੱਤੀ ਨਹੀਂ ਜਾ ਸਕਦੀ। ਰਤਨ ਕਿਹਨੂੰ ਕਹਿੰਦੇ ਆ? 599 ਅੰਗ ਦੇ ਉੱਤੇ ਪੜ੍ਹਿਓ, ਰਤਨ ਗੁਰੂ ਕਾ ਸ਼ਬਦ ਹੈ ਨਾ। ਜਦੋਂ ਕੀਰਤਨ ਕਰਦਾ ਹੈ, ਕੀਰਤਨ ਸਰਵਣ ਕਰਦਾ ਹੈ, ਠੀਕ ਹੈ ਵੀ। ਹੁਣ ਦੇਖੋ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਸਰਵਣ ਕਰਦੇ ਹਾਂ, ਕਥਾ ਸਰਵਣ ਕਰਦੇ, ਕਦ ਲਈ ਕਰਦੇ ਹਾਂ? ਕਿ ਸਾਡੀ ਸੁੱਤ ਸ਼ਬਦ ਦਾ ਮਿਲਾਪ ਹੋ ਜਾਵੇ, ਸਾਨੂੰ ਸੋਝੀ ਆ ਜਾਵੇ। ਤੇ ਜੇ ਆਪਾਂ ਸੁਣਿਆ ਸਭ ਕੁਛ ਹੀ, ਠੀਕ ਹੈ, ਪਰ ਕੀਤਾ ਕੁਝ ਵੀ ਨਹੀਂ। ਸੁਣਿਆ ਤੇ ਸੁਣਿਆ ਦੀ ਪਛਾਣ ਕਿੱਦਣ ਹੋਣੀ? ਸੁਣੇ ਦੀ ਪਛਾਣ ਪਤਾ ਕਦੋਂ ਹੁੰਦੀ? ਦੇਖਿਓ, ਕੋਈ ਮਾਤਾ ਸੀ ਬਜ਼ੁਰਗ, ਉਹਦੇ ਕੋਲ ਗਏ, ਉਹਨੇ ਆਵਾਜ਼ ਮਾਰੀ ਆਪਣੀ ਬੇਟੀ ਨੂੰ, ਕਹਿੰਦੇ ਬੇਟੇ ਗੁਰਸਿੱਖ ਪਿਆਰੇ ਆਏ ਨੇ, ਆਓ। ਬੇਟੀ ਆਈ ਬਾਹਰ, ਮਾਤਾ ਦੇ ਲਾਗੇ ਜੂਠੇ ਭਾਂਡੇ ਪਏ ਸੀ, ਗਲਾਸ ਪਿਆ ਸੀ, ਥਾਲੀ ਪਈ ਸੀ, ਚਮਚਾ ਪਿਆ ਸੀ, ਕੌਲੀ ਪਈ ਸੀ, ਜੂਠੇ ਭਾਂਡੇ ਨੇ ਰੋਟੀ ਖਾਧੀ ਹੋਣੀ, ਉਹ ਪਏ ਸੀ। ਕੁੜੀ ਨੂੰ ਆਵਾਜ਼ ਮਾਰੀ, ਕੁੜੀ ਆਈ, ਕੁੜੀ ਨੂੰ ਕਹਿਣ ਲੱਗੇ ਪੁੱਤਰ ਕੋਈ ਚਾਹ ਪਾਣੀ ਬਣਾਓ। ਤੇ ਨਾਲ ਕਹਿਣ ਲੱਗੀ ਮਾਤਾ, ਕਹਿੰਦੀ ਪੁੱਤਰਾ ਭਾਂਡੇ ਚੁੱਕ ਕੇ ਲੈ ਜਾ। ਉਹ ਕੁੜੀ ਅੰਦਰ ਚਲੀ ਗਈ ਰਸੋਈ 'ਚ। ਤੇ ਮਾਤਾ ਪਤਾ ਕੀ ਕਹਿੰਦੀ? ਕਹਿੰਦੀ ਦੇਖ ਲਓ ਜੀ, ਅੱਜ ਕੱਲ੍ਹ ਦੀ ਔਲਾਦ ਸੁਣਦੀ ਕਿੱਥੇ ਗੱਲ। ਅਸੀਂ ਬੜੇ ਹੈਰਾਨ ਵੀ ਇਹਨਾਂ ਨੇ ਕਿਹਾ ਮਾਤਾ ਨੇ ਵੀ ਚਾਹ ਪਾਣੀ ਬਣਾਓ, ਰਸੋਈ 'ਚ ਗਈ ਤਾਂ ਹੈ ਵਿਚਾਰੀ, ਇਹ ਕਹਿੰਦੇ ਗੱਲ ਨਹੀਂ ਸੁਣਦੀ। ਮਾਤਾ ਜੀ ਨੇ ਫਿਰ ਆਵਾਜ਼ ਮਾਰ ਲਈ, ਨਹੀਂ ਕੁੜੀਏ, ਕਹਿੰਦੇ ਹਾਂਜੀ, ਨਾ ਗੱਲ ਸੁਣ ਲਿਆ ਕਰੋ ਕਦੀ। ਕੁੜੀ ਬੜੀ ਹੈਰਾਨ, ਫਿਰ ਮਾਤਾ ਜੀ ਮੈਨੂੰ ਕਹਿੰਦੇ ਗੱਲ ਸੁਣ ਲਿਆ ਕਰੋ, ਮੈਂ ਰਸੋਈ 'ਚ ਕੰਮ ਕਰਨ ਨਹੀਂ। ਕਹਿੰਦੀ ਮਾਤਾ ਜੀ ਚਾਹ ਬਣਾਉਂਦੀ ਤੇ ਪਈ ਹੈ, ਸੁਣ ਲਿਆ ਕਰੋ ਕਦੀ ਗੱਲ। ਦੱਸੋ ਆ ਭਾਂਡੇ ਚੁੱਕ ਕੇ ਲੈ ਜਾ। ਕਹਿੰਦੀ ਲੈ ਜਾਂਦੀ ਹਾਂ। ਉਹ ਫਿਰ ਰਸੋਈ 'ਚ ਵੜ ਗਈ। ਮਾਤਾ ਜੀ ਫਿਰ ਇੱਕੋ ਗੱਲ ਹੀ, ਕਹਿੰਦੇ ਅੱਜ ਕੱਲ੍ਹ ਦੇ ਨਿਆਣੇ ਗੱਲ ਕਿੱਥੇ ਸੁਣਦੇ। ਇਹਦਾ ਮਤਲਬ ਕੀ ਹੈ? ਮਾਤਾ ਜੀ ਦਾ ਕਹਿਣ ਦਾ ਭਾਵ ਕਿ ਜੇ ਨਾ ਸੁਣਿਆ ਹੁੰਦਾ ਤੇ ਜਿਹੜਾ ਮੈਂ ਕੰਮ ਕਿਹਾ ਉੱਥੇ ਚੀਜ਼ ਨਹੀਂ ਪਈ ਹੋਣੀ ਚਾਹੀਦੀ ਸੀ, ਤਾਂ ਸੁਣਿਆ। ਤੇ ਗੁਰੂ ਸਾਹਿਬਾਨ ਵੀ ਕਹਿੰਦੇ ਆ, ਜੇ ਤੁਸੀਂ ਗੁਰਬਾਣੀ ਸੁਣੀ ਹੈ ਨਾ, ਜੋ ਮੈਂ ਕਿਹਾ ਉਹ ਕਰ ਲਓ, ਉਸ ਦਿਨ ਪਤਾ ਲੱਗੂ ਤੁਸੀਂ ਸੁਣਿਆ। ਜੇ ਨਹੀਂ ਕੀਤਾ ਤੁਸੀਂ ਬਾਣੀ ਨਹੀਂ ਸੁਣੀ ਅਜੇ। ਐਵੇਂ ਨਾ ਭੁਲੇਖੇ 'ਚ ਪੈ ਜਾਓ, ਲੋਕਾਂ ਨੂੰ ਜਾ ਕੇ ਕਹਿੰਦੇ ਰਹੋ ਬੜੀ ਗੁਰਬਾਣੀ ਸਰਵਣ ਕੀਤੀ ਹੈ, ਬੜੀ ਪਾਠ ਕੀਤੇ ਆ, ਤੇ ਗੁਰੂ ਸਾਹਿਬ ਨੇ ਸੁਣਨ ਦੀ ਮਾਨਤਾ ਲਿਖੀ 8ਵੀਂ ਪੌੜੀ 'ਚ। ਆ ਤੁਸੀਂ ਝਾਤੀ ਮਾਰ ਲਿਓ ਆਪਣੇ ਅੰਦਰ, ਕੋਈ ਗੱਲ ਬਣੀ ਕਿ ਨਹੀਂ ਬਣੀ। ਕੀ ਲਿਖਿਆ? ਸੁਣ ਐ ਦੁੱਖ ਪਾਪ ਕਾ ਨਾਸ਼। ਹੋਇਆ ਕੋਈ? ਹੋਇਆ ਕੋਈ? ਤੇ ਜੇ ਨਹੀਂ ਹੋਇਆ ਤੇ ਗੁਰੂ ਸਾਹਿਬਾਨ ਕੀ ਕਹਿੰਦੇ? ਬੰਦੇ ਮੈਂ ਸੁਣਿਆ ਹੀ ਕੁਛ ਨਹੀਂ ਅਜੇ ਤੱਕ, ਸੁਣਿਆ ਹੀ ਨਹੀਂ। ਜਦੋਂ ਸੁਣੇਗਾ ਤਾਂ ਹੀ ਗੱਲ ਬਣੂਗੀ ਨਾ, ਹੈ ਨਾ। ਹੁਣ ਡਾਕਟਰ ਕੋਲ ਗਿਆ ਬੰਦਾ, ਡਾਕਟਰ ਸਾਹਿਬ ਬੁਖਾਰ ਨਹੀਂ ਜਾਂਦਾ, ਕਹਿੰਦੇ ਕੋਈ ਨਹੀਂ ਚੱਲ ਜੂਗਾ। ਆਹ ਲੈ ਫੜ ਦਵਾਈ, ਦਵਾਈ ਲਿਖ ਕੇ ਦੇਤੀ। ਹੁਣ ਦਵਾਈ ਲਿਖ ਕੇ ਦੇਤੀ ਤੇ ਰਸਤੇ ਯਾਦ ਕਰਦਾ ਆਉਂਦਾ, ਕਹਿੰਦਾ ਮੈਂ ਵੀ ਤਾਂ ਪੜ੍ਹਿਆ ਲਿਖਿਆ ਬੰਦਾ, ਮੈਨੂੰ ਕਿਹੜਾ ਪਤਾ ਨਹੀਂ ਹੈ। ਗੋਲੀਆਂ ਯਾਦ ਕਰ ਲਈਆਂ, ਕਹਿੰਦਾ ਭਾਵੇਂ ਪਰਚੀ ਗਵਾ ਜਾ, ਆਪਾਂ ਨੂੰ ਨਹੀਂ ਕੋਈ ਪਰਵਾਹ ਹੁਣ।
ਕਹਿੰਦਾ ਕਿਉਂ? ਦਵਾਈ ਮੈਨੂੰ ਯਾਦ ਹੈ। ਹਫ਼ਤਾ ਭਰ ਦਵਾਈਆਂ ਯਾਦ ਕਰ ਲਈਆਂ ਤੇ ਗਿਆ ਡਾਕਟਰ ਸਾਹਿਬ ਕੋਲ ਹਫ਼ਤੇ ਬਾਅਦ। ਕਹਿੰਦਾ ਡਾਕਟਰ ਸਾਹਿਬ ਚੰਗੀ ਆ ਦਵਾਈ ਦਿੱਤੀ ਜੇ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਕੋਈ ਫਰਕ ਨਹੀਂ ਪਿਆ, ਸਗੋਂ ਅੱਗੇ ਨਾਲੋਂ ਵੀ ਵੱਧ ਗਿਆ। ਡਾਕਟਰ ਸਾਹਿਬ ਬੜੇ ਹੈਰਾਨ ਹੋਏ। ਕਹਿੰਦੇ ਯਾਰ ਗੱਲ ਸੁਣ, ਵੀ ਆਹ ਗੱਲ ਮੈਨੂੰ ਕਿਸੇ ਨੇ ਨਹੀਂ ਕਹੀ ਅੱਜ ਤੱਕ, ਜਿਹੜੀ ਗੱਲ ਤੂੰ ਕਹਿਤੀ ਆਉਂਦੇ ਨਹੀਂ ਵੀ ਡਾਕਟਰ ਸਾਹਿਬ ਕੋਈ ਫਰਕ ਨਹੀਂ ਗਿਆ, ਬੁਖਾਰ ਸਗੋਂ ਵੱਧ ਗਿਆ। ਡਾਕਟਰ ਸਾਹਿਬ ਕਹਿੰਦੇ ਆ ਜਾ ਇਹਨੂੰ ਪਹਿਲਾਂ ਅਟੈਂਡ ਕਰ ਲਈਏ। ਕਦ ਲਈ? ਸੱਚਿਆ ਹੁੰਦਾ ਕਈ ਵਾਰੀ ਕਿ ਬਾਕੀ ਪੇਸ਼ੈਂਟ ਵੀ ਭਜਾ ਦੂਗਾ, ਕਹਿੰਦੇ ਇਹਨੂੰ ਪਹਿਲਾਂ ਅਟੈਂਡ ਕਰ ਲਈ, ਆ ਜਾ ਬਹਿ ਜਾ। ਡਾਕਟਰ ਸਾਹਿਬ ਉਹਦੇ ਬੁਖਾਰ ਦੇਖਿਆ, ਵਾਕਈ ਬੁਖਾਰ ਵੱਧ। ਡਾਕਟਰ ਸਾਹਿਬ ਨੇ ਰਜਿਸਟਰ 'ਤੇ ਲਿਖਿਆ ਸੀ ਵੀ ਇਸ ਨਾਂ ਦਾ ਪੇਸ਼ੈਂਟ ਇੰਨਾ ਬੁਖਾਰ ਸੀ, ਮੈਂ ਦਵਾਈ ਲਿਖ ਕੇ ਦਿੱਤੀ। ਡਾਕਟਰ ਸਾਹਿਬ ਨੇ ਕੱਢਿਆ ਪੂਰਾ ਡਾਟਾ ਦਾ, ਪੜ੍ਹੋ। ਬੜੇ ਹੈਰਾਨ। ਤੇ ਡਾਕਟਰ ਸਾਹਿਬ ਦੇ ਸੁਭਾਵਕ ਹੀ ਮੂੰਹ ਚੋਂ ਨਿਕਲ ਗਿਆ, ਕਹਿੰਦਾ ਕਾਕਾ ਦਵਾਈ ਸਾਰੀ ਖਾ ਲਈ। ਕਹਿੰਦਾ ਡਾਕਟਰ ਸਾਹਿਬ ਦਵਾਈ ਨਹੀਂ ਮੈਂ ਕੋਈ ਵੀ ਖਾਧੀ, ਯਾਦ ਮੈਨੂੰ ਸਾਰੀ ਹੈਗੀ ਹੈ। ਤੇ ਕਹਿੰਦੇ ਫਿਰ ਕਾਕਾ ਦਵਾਈ ਯਾਦ ਹੋਣ ਨਾਲ ਅੰਦਰੋਂ ਬੁਖਾਰ ਨਹੀਂ ਜਾਂਦੇ, ਰੋਗ ਨਹੀਂ ਜਾਂਦੇ, ਦਵਾਈ ਖਾ ਕੇ ਰੋਗ ਜਾਂਦੇ ਆ। ਸਾਨੂੰ ਵੀ ਗੁਰਬਾਣੀ ਯਾਦ ਆ, ਪਰ ਉਹਦੇ ਕਹਿੰਦੇ ਸਰਬ ਰੋਗਾ ਔਖਦ ਨਾਮ, ਨਾਮ ਰੂਪੀ ਦਵਾਈ ਸਵਾਸਾਂ ਨਾਲ ਛਕਾਂਗੇ ਤਾਂ ਹੀ ਕੋਈ ਫਰਕ ਪਊ। ਛਕੀ ਤੇ ਹੈ ਹੀ ਕੋਈ ਨਹੀਂ, ਅਸੀਂ ਛਕੀ ਤੇ ਹੈ ਹੀ ਕੋਈ ਨਹੀਂ। ਕਿਉਂਕਿ ਧਿਆਨ ਦੇਣਾ, ਗੁਰੂ ਸਾਹਿਬਾਨ ਨੇ ਗੱਜ ਕੇ ਕਿਹਾ ਇਸ ਯੁੱਗ ਮੇਂ ਸੋਭਾ ਨਾਮ ਕੀ, ਬਿਨ ਨਾਮੇ ਸੋਭ ਨਾ ਹੋਏ। ਕਹਿੰਦੇ ਇਸ ਯੁੱਗ 'ਚ ਨਾਮ ਦੀ ਵਡਿਆਈ ਆ, ਬਿਨਾਂ ਨਾਮ ਤੋਂ ਦਰਗਾਹ 'ਚ ਕਿਸੇ ਟੀਮ ਨਹੀਂ ਮਾਰਨੀ। ਜਿੱਥੇ ਮਰਜ਼ੀ ਭੱਜ ਲਿਓ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਕਿਸੇ ਨੇ ਪੁੱਛਣਾ ਉੱਥੇ ਕਿੰਨੇ ਪਾਠ ਕੀਤੇ ਸੀ, ਕਿਸੇ ਨੇ ਪੁੱਛਣਾ। ਸਿਰਫ ਇੱਕ ਭੁਲੇਖਾ ਹੈ ਸਾਡੇ ਮਨ 'ਚ। ਸੋ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਕੇਵਲ ਭਗਤ ਕੀਰਤਨ ਸੰਗ ਰਾਜੇ। ਕਹਿੰਦਾ ਜੇ ਭਗਤ ਬਣਨਾ ਹੈ, ਜੇ ਤੂੰ ਇਸ ਚੀਜ਼ ਤੋਂ, ਉਸ ਦੁੱਖ ਤੋਂ ਦੂਰ ਹੋਣਾ ਹੈ ਤੇ ਕੀ ਕਰ? ਕਹਿੰਦਾ ਕੀ ਕਰਾਂ? ਕਹਿੰਦੇ ਆ ਕੰਮ ਕਰ ਕਿ ਜਦੋਂ ਗੁਰੂ ਚਰਨਾਂ ਵਿੱਚ ਬਹਿਨਾ ਨਾ ਤੇ ਕੇਵਲ ਦਾ ਕੇਵਲ ਤੇਰੇ ਧਿਆਨ ਵਿੱਚ ਨਾਮ ਹੋਵੇ, ਸ਼ਬਦ ਹੋਵੇ, ਉਹਦੇ ਨਾਲ ਜੁੜਿਆ ਹੋਵੇ। ਕੋਈ ਝੂਠੀ ਮੰਗ ਨਹੀਂ ਹੋਣੀ ਚਾਹੀਦੀ, ਝੂਠੀ ਮੰਗ ਨਹੀਂ ਹੋਣੀ ਚਾਹੀਦੀ। ਸਾਡੇ ਅੰਦਰ ਇੱਛਾ ਦਾ ਦਰਿਆ ਵਹਿਣ ਡਿਆ, ਝੂਠੀਆਂ ਮੰਗਾਂ ਦਾ ਦਰਿਆ ਵਹਿਣ ਡਿਆ। ਆਹ ਨਹੀਂ ਬਣਿਆ, ਉਹ ਨਹੀਂ ਬਣਿਆ, ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਬੜੇ ਸੱਜਣ ਕਹਿੰਦੇ ਆ, ਕਹਿੰਦੇ ਬਾਬਾ ਜੀ ਫਿਰ ਮੰਗਣਾ ਕਿਉਂ ਨਹੀਂ ਗੁਰੂ ਕੋਲੋਂ? ਤੇ ਮੰਗਣਾ ਕਿਹਦੇ ਕੋਲੋਂ? ਤੇ ਧਿਆਨ ਨਾਲ ਸੁਣੀ ਜਾਇਓ ਜੀ, ਧਿਆਨ ਨਾਲ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਇੱਕ ਫਕੀਰ ਸੀ, ਰੱਬ ਦਾ ਪਿਆਰਾ, ਭਗਤੀ ਕਰਿਆ ਕਰਦਾ ਸੀ। ਭਗਤੀ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ 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 ਇੱਕ ਦਿਨ ਕਿਤੇ ਮਾਲਕ ਨੇ ਖੇਡ ਖੇਡੀ, ਕੋਈ ਫਰਿਸ਼ਤਾ ਪੈਦਾ ਹੋ ਗਿਆ, ਸਾਹਮਣੇ ਪ੍ਰਗਟ ਹੋ ਗਿਆ। ਜਦੋਂ ਫਰਿਸ਼ਤਾ ਸਾਹਮਣੇ ਪ੍ਰਗਟ ਹੋਇਆ, ਖਲੋ ਗਿਆ ਆ ਕੇ ਤੇ ਕਹਿਣ ਲੱਗਾ, ਫਕੀਰਾ ਤੇਰੀ ਭਗਤੀ ਬੜੀ, ਤੇਰੀ ਭਗਤੀ ਬੜੀ। ਕਹਿੰਦੇ ਜੀ ਤੁਹਾਨੂੰ ਪਤਾ ਹੋਊ, ਮੈਨੂੰ ਤਾਂ ਗਰੀਬ ਨੂੰ ਪਤਾ ਕੋਈ ਨਹੀਂ। ਕਿਉਂ? ਮੈਂ ਤਾਂ ਲੱਗਾ ਆ, ਪਰ ਮੈਂ ਕਿੱਥੇ ਕੁ ਪਹੁੰਚਿਆ, ਇਹਦਾ ਕੀ ਫਲ ਮਿਲਿਆ, ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ। ਸੱਚ ਜੇ ਭਗਤੀ ਏਦਾਂ ਆਉਂਦੀ ਭੋਲੇ ਭਾ, ਠੀਕ ਹੈ ਨੀ? ਤੇ ਕੀ ਹੋਇਆ? ਉਹ ਕਹਿਣ ਲੱਗੇ ਫਰਿਸ਼ਤੇ, ਕਹਿੰਦੇ ਦੱਸ ਅੱਜ ਤੂੰ ਜੋ ਮੰਗਦਾ ਤੈਨੂੰ ਦੇਵਾਂਗੇ ਅਸੀਂ। ਮੰਗ ਕੀ ਮੰਗਣੀ? ਮੰਗ ਲੈ। ਉਹ ਫਰਿਸ਼ਤਿਆਂ ਨੂੰ ਕੀ ਕਹਿੰਦਾ? ਕਹਿੰਦਾ ਦੇਖੋ ਤੁਸੀਂ ਗੱਲ ਬੜੀ ਵੱਡੀ ਕਹੀ ਮੈਨੂੰ, ਵੀ ਜੋ ਮੰਗਣਾ ਹੀ ਮੰਗ ਲਾ ਤੈਨੂੰ ਦੇਵਾਂਗੇ। ਅੱਗੋਂ ਫਕੀਰ ਕਹਿੰਦਾ ਇਹ ਇੱਦਾਂ ਆ, ਮੇਰੀ ਮੰਗ ਇੱਕੋ ਹੀ ਹੈ, ਪਰ ਇੰਨੀ ਕਿਰਪਾ ਕਰੋ ਵੀ ਜੇ ਤੁਸੀਂ ਕਿਹਾ ਨਾ ਮੰਗ ਜੋ ਮੰਗਦਾ ਤਾਂ ਅਸੀਂ ਦੇਵਾਂਗੇ, ਅਸੀਂ ਪੂਰੀ ਕਰਾਂਗੇ, ਪਰ ਤੁਹਾਥੋਂ ਪੂਰੀ ਨਹੀਂ ਹੋਣੀ। ਫਕੀਰ ਕਹਿੰਦਾ ਫਰਿਸ਼ਤਿਆਂ ਨੂੰ ਵੀ ਤੁਹਾਡੇ ਕੋਲ ਮੇਰੀ ਮੰਗ ਪੂਰੀ ਨਹੀਂ ਹੋਣੀ। ਫਰਿਸ਼ਤੇ ਬੜੇ ਹੈਰਾਨ, ਉਹ ਇੱਕ ਦੂਜੇ ਨੂੰ ਕਹਿੰਦੇ, ਕਹਿੰਦੇ ਦੇਖ ਆ ਫਕੀਰ ਹੁਣੇ ਮੈਨੂੰ ਕਹਿੰਦਾ ਸੀ ਵੀ ਮੈਨੂੰ ਘਮੰਡ ਕੋਈ ਨਹੀਂ, ਹੁਣੇ ਕਹਿੰਦਾ ਸੀ ਵੀ ਮੈਨੂੰ ਕੁਝ ਵੀ ਪਤਾ ਨਹੀਂ, ਤੇ ਹੁਣ ਕਹਿੰਦਾ ਤੁਹਾਡੇ ਕੋਲ ਮੇਰੀ ਮੰਗ ਨਹੀਂ ਪੂਰੀ ਹੋਣੀ। ਦੱਸੋ ਨੂੰ ਕਿੰਨਾ ਘਮੰਡ ਆ। ਫਰਿਸ਼ਤੇ ਇੱਕ ਦੂਜੇ ਨੂੰ ਕਹਿੰਦੇ ਵੀ ਹੱਥ ਕਮਾਲ ਹੈ, ਕਿਹੜੀ ਮੰਗ ਜਿਹੜੀ ਤੁਸੀਂ ਪੂਰੀ ਨਹੀਂ ਕਰ ਸਕਦੇ? ਅਸੀਂ ਤਾਂ ਮੰਗ ਪੂਰੀ ਕਰਨ ਲਈ ਤਾਂ ਅਸੀਂ ਆਏ ਹਾਂ, ਤੂੰ ਮੰਗ ਤਾਂ ਸਹੀ ਕਰੀ। ਮੰਗ ਕੀ ਮੰਗਦਾ? ਕਹਿੰਦਾ ਤਿਆਰ ਹੋ? ਕਹਿੰਦੇ ਤਿਆਰ ਹੋ। ਹੱਥ ਜੋੜ ਕੇ ਕੀ ਮੰਗਿਆ ਫਕੀਰ ਨੇ? ਕਹਿੰਦਾ ਫਰਿਸ਼ਤਿਓ ਜੇ ਦੇਣ ਜੋਗੇ ਹੋ ਤੇ ਕਿਰਪਾ ਕਰ ਦਿਓ, ਮੇਰੇ ਅੰਦਰ ਕੋਈ ਮੰਗ ਨਾ ਰਵੇ, ਕਰੋ ਕਿਰਪਾ, ਦਿਓ ਮੇਰੀ ਆਹ ਮੰਗ ਜੇ ਕਿ ਮੇਰੇ ਅੰਦਰ ਕੋਈ ਮੰਗ ਨਾ ਹੋਵੇ, ਐ ਮੈਨੂੰ ਦਾਤ ਦੇ ਦਿਓ। ਫਰਿਸ਼ਤਿਆਂ ਹੱਥ ਜੋੜੇ, ਕਹਿੰਦੇ ਚੱਲਦੇ ਆ ਬਈ, ਚਲੀਏ। ਕਿਉਂ? ਇਹ ਦਾਤ ਦੇਣੀ ਬੜੀ ਔਖੀ ਹੈ ਕਿ ਅੰਦਰ ਮੰਗ ਹੀ ਕੋਈ ਨਾ ਹੋਵੇ। ਇਹ ਦਾਤ ਬੜੀ ਔਖੀ ਹੈ,
ਇਹ ਨਹੀਂ ਦਿਸਦਾ, ਕੋਈ ਦੇਵਤਾ ਨਹੀਂ ਦਿਸਦਾ, ਕੋਈ ਫਰਿਸ਼ਤਾ ਇਹ ਦਾਤ ਨਹੀਂ ਦਿਸਦਾ, ਇਹ ਤਾਂ ਪਰਮਾਤਮਾ ਹੀ ਦੇ ਸਕਦਾ ਹੈ, ਅਕਾਲ ਪੁਰਖ ਹੀ ਦੇਦਾ ਕਿ ਅੰਦਰ ਕੋਈ ਮੰਗ ਹੀ ਨਾ ਹੋਵੇ। ਧਿਆਨ ਦਿਓ, ਰੱਬ ਨੂੰ ਮਿਲਣ ਦੀ ਮੰਗ ਵੀ ਨਹੀਂ ਚਾਹੀਦੀ ਵੀ ਮੈਂ ਮਿਲਣਾ ਪਰਮਾਤਮਾ, ਤੈਨੂੰ ਆ ਜਾ ਸਾਹਮਣੇ, ਕਿਉਂਕਿ ਬਾਣੀ 'ਚ ਲਿਖਿਆ ਹੈ ਕਿ ਤੇਰੀ ਕਮਾਈ ਨਾਲ ਤੈਨੂੰ ਰੱਬ ਨਹੀਂ ਮਿਲਣਾ। ਕਹਿੰਦਾ ਹੈ ਮੇਰੀ ਕਮਾਈ ਨਾਲ ਮੈਨੂੰ ਰੱਬ ਨਹੀਂ ਮਿਲਣਾ? ਕਹਿੰਦੇ ਨਹੀਂ ਮਿਲਣਾ। ਕਹਿੰਦਾ ਇਹ ਕਿੱਥੇ ਲਿਖਿਆ? ਤੇ ਬਾਣੀ 'ਚ ਪੜ੍ਹ ਲਓ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਹਿੰਦੇ ਘਾਲਾਂ ਘਾਲ ਕੇ ਰੱਬ ਨਹੀਂ ਲੱਭਦਾ, ਸਿਮਰਨ ਕਰਕੇ ਰੱਬ ਨਹੀਂ ਲੱਭਦਾ, ਆਪਣੀ ਕਮਾਈ ਕਰੀ ਜਾ, ਉਹਨੇ ਤਾਂ ਅਚਨਚੇਤ ਮਿਲਣਾ ਹੈ। ਤੇ ਜੇ ਤੇਰੀ ਕਮਾਈ ਕਰਕੇ ਤੂੰ ਕਹਿ ਦੇਵੇਂ ਵੀ ਅੱਜ ਮੈਨੂੰ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ ਹੋ ਗਿਆ ਵਾਹਿਗੁਰੂ ਵਾਹਿਗੁਰੂ ਕਰਦਿਆਂ, ਆ ਜਾ ਮਿਲ ਪਾਓ, ਤੇ ਜੇ ਤੇਰੇ ਕਹਿਣ ਤੇ ਮਿਲ ਪਿਆ ਫਿਰ ਤੇ ਪਰਮਾਤਮਾ ਸਸਤਾ ਹੋ ਗਿਆ, ਸਸਤਾ ਹੋ ਗਿਆ। ਕਿੱਦਾਂ? ਵੀ ਇੰਨੇ ਕੁ ਸਾਲ ਨਾਲ ਚੌਂਕੜਾ ਮਾਰ ਕੇ ਮਿਲ ਜਾਂਦਾ, ਫਿਰ ਤਾਂ ਰੱਬ ਸਸਤਾ ਹੋ ਗਿਆ। ਰੱਬ ਬਹੁਤ ਮਹਿੰਗਾ ਏ। ਕਬੀਰ ਸਾਹਿਬਾਂ ਨੇ ਕਿਹਾ ਕਿੰਨਾ ਕੁ ਮਹਿੰਗਾ ਹੈ? ਕਬੀਰ ਸਾਹਿਬਾਂ ਨੇ ਕਿਹਾ ਕਿੰਨਾ ਕੁ ਮਹਿੰਗਾ ਹੈ? ਕਬੀਰ ਜੀ ਕਿੰਨਾ ਕੁ ਮਹਿੰਗਾ ਹੈ? ਕਹਿੰਦੇ ਤੂੰ ਮੰਗਾਂ ਦੀ ਗੱਲ ਕਰਦਾ ਫਿਰਦਾ, ਸਿਮਰਨ ਦੀ ਗੱਲ ਕਰਦਾ ਫਿਰਦਾ? ਕਹਿੰਦੇ ਹਾਂ। ਫਿਰ ਤੁਸੀਂ ਕਿੱਦਾਂ ਲੈ ਲਿਆ? ਕਹਿੰਦਾ ਮੈਂ ਤਾਂ ਖਰੀਦਿਆ ਹੀ ਹੈ। ਤੁਸੀਂ ਕਿੱਦਾਂ ਖਰੀਦ ਲਿਆ? ਤੇ ਕਬੀਰ ਸਾਹਿਬਾਂ ਨੇ ਕਿਹਾ, ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਮੈਂ ਤਾਂ ਸਭ ਕੁਛ ਆਪਣਾ ਆਪ ਦਿੱਤਾ ਤਾਂ ਮਿਲਿਆ। ਇਹਦਾ ਮਤਲਬ ਮੈਂ ਕਮਾਈ ਦੇ ਕੇ ਨਹੀਂ ਲਿਆ, ਜਿਹੜਾ ਮੇਰੇ ਮਨ ਵਿੱਚ ਸੀ ਨਾ ਕਦੋਂ ਮਿਲੇਗਾ। ਕਹਿੰਦੇ ਮੈਂ ਵੀ ਉਹਨੂੰ ਫੜਾਤਾ ਵੀ ਮੈਨੂੰ ਨਹੀਂ ਪਤਾ ਤੂੰ ਕਦੋਂ ਮਿਲੇਗਾ, ਇਹ ਤੇਰੀ ਮਰਜ਼ੀ ਹੈ। ਸੋ ਧਿਆਨ ਦੇਣਾ। ਅਸੀਂ ਕਹਿੰਦੇ ਨਾ ਮੰਗਣਾ ਗੁਰੂ ਕੋਲੋਂ, ਹੋਰ ਕਿਤੇ ਕੋਲ ਮੰਗਣਾ ਜੀ, ਧਿਆਨ ਨਾਲ ਸੁਣ ਲਿਓ ਜਰਾ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ? ਕਹਿਣ ਲੱਗੇ ਏਦਾਂ ਕਰ। ਕਹਿੰਦਾ ਕਿੱਦਾਂ ਕਰਾਂ? ਕਹਿੰਦਾ ਵੀ ਇੱਕ ਕੰਮ ਕਰ, ਜੇ ਤੂੰ ਕਿਤੇ ਆਪਣੇ ਅੰਦਰ ਦੀਆਂ ਆਸ਼ਾਂ ਦਾ ਦਰਿਆ ਵਹਿੰਦਾ ਰੋਕ ਲਵੇਂ, ਕਿਤੇ ਆਪਣੇ ਅੰਦਰ ਦੀਆਂ ਖਾਸ਼ਾਂ, ਆਪਣੇ ਅੰਦਰ ਦੀਆਂ ਮੰਗਾਂ ਕਿਤੇ ਰੋਕ ਲਵੇਂ, ਕਹਿੰਦਾ ਕੀ ਹੋ? ਕਹਿੰਦਾ ਜੀ ਮਿਲ ਪੂ। ਕਹਿੰਦਾ ਇਹ ਕਿੱਦਾਂ ਹੋ ਸਕਦਾ? ਮੈਂ ਖਾਸ਼ਾਂ ਰੋਕ ਲਵਾਂ, ਮੈਂ ਮੰਗਾਂ ਰੋਕ ਲਵਾਂ ਤੇ ਪਰਮਾਤਮਾ ਮਿਲ ਜੂ? ਭਗਤ ਫਰੀਦ ਸਾਹਿਬ ਨੇ ਅਗਵਾਈ ਭਰ ਦਿੱਤੀ, ਬਾਬਾ ਫਰੀਦ ਸਾਹਿਬ ਨੇ ਅਗਵਾਈ ਭਰ ਦਿੱਤੀ। ਕੀ ਕਹਿਣ ਲੱਗੇ? ਧਿਆਨ ਨਾਲ ਸੁਣਨਾ ਜਰਾ। ਕਹਿੰਦੇ ਆਜ ਮਲਾਵਾ ਸ਼ੇਖ ਫਰੀਦ, ਟੱਕ ਮਕੁੰਝੜੀਆਂ ਮਨੋ ਮਚਿੰਦੜੀਆਂ। ਕਹਿੰਦਾ ਆਜ ਮਲਾਵਾ ਸ਼ੇਖ ਫਰੀਦ। ਸ਼ੇਖ ਫਰੀਦ ਕਹਿੰਦਾ ਪਰਮਾਤਮਾ ਅੱਜ ਹੀ ਮਿਲੂਗਾ, ਇਸੇ ਜ਼ਿੰਦਗੀ 'ਚ ਮਿਲੂਗਾ, ਇਸੇ ਜਨਮ 'ਚ ਮਿਲੂਗਾ, ਇਸੇ ਸਵਾਸ ਵਿੱਚ ਹੀ ਮਿਲੂਗਾ। ਕੋਈ ਸਵਾਸ, ਜ਼ਿੰਦਗੀ ਦੇ ਇੱਕ ਸਵਾਸ ਹੀ ਹੈ ਨਾ, ਹਮ ਆਦਮੀ ਹਾਂ ਇੱਕਦਮ ਹੀ, ਅਗਲੇ ਦਾ ਤਾਂ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਕਹਿੰਦਾ ਆਜ ਮਲਾਵਾ, ਅੱਜ ਹੀ ਮਿਲੂਗਾ। ਫਰੀਦ ਸਾਹਿਬ ਨੇ ਕਿਹਾ ਅੱਜ ਮਿਲੂ। ਕਹਿੰਦਾ ਜੀ ਕਿੱਦਾਂ? ਕਹਿੰਦੇ ਆਜ ਮਲਾਵਾ ਸ਼ੇਖ ਫਰੀਦ, ਟੱਕਮ ਕੁੰਝੜੀਆਂ। ਟੱਕਮ ਕਿਹਨੂੰ ਕਹਿੰਦੇ? ਰੋਕ ਲਾ। ਕੁੰਝੜੀਆਂ ਕਿਹਨੂੰ ਕਹਿੰਦੇ? ਇੰਦਰੀਆਂ ਨੂੰ। ਆ ਜਿਹੜੀਆਂ ਇੰਦਰੀਆਂ ਤੇਰੇ ਅੰਦਰ ਮੰਗਾਂ ਪੈਦਾ ਕਰਦੀਆਂ ਨਾ, ਖਾਸ਼ਾਂ ਪੈਦਾ ਕਰਦੀਆਂ ਨਾ, ਤ੍ਰਿਸ਼ਨਾਵਾਂ ਪੈਦਾ ਕਰਦੀਆਂ, ਕਹਿੰਦਾ ਹਾਂ। ਕਹਿੰਦੇ ਇਹਨਾਂ ਨੂੰ ਰੋਕ ਲਾ। ਇਹ ਪਾਣੀ ਦੇ ਦਰਿਆ ਵਹਿੰਦੇ ਵਹਿੰਦੇ ਤੇਰੇ ਕੀਤੀ ਕਮਾਈ ਰੋੜ ਕੇ ਲੈ ਜਾਂਦੇ ਆ। ਕਹਿੰਦਾ ਦਰਿਆ ਰੋਕਿਆ ਨਹੀਂ ਜਾਣਾ, ਦਰਿਆ ਰੋਕਿਆ ਨਹੀਂ ਜਾਣਾ। ਜਿੱਥੋਂ ਦਰਿਆ ਵਗਦਾ ਉਹ ਝਰਨਾ ਰੋਕ ਲਾ। ਤੇਰੇ ਅੰਦਰ ਜਿਹੜੇ ਖਾਸ਼ਾਂ ਦੇ ਦਰਿਆ ਵਗਦੇ ਆ ਨਾ, ਇਹ ਜਿੱਥੋਂ ਸ਼ੁਰੂ ਹੁੰਦੇ ਉਹਨਾਂ ਨੂੰ ਰੋਕ ਲਾ। ਇਹ ਇੰਦਰੀਆਂ ਤੋਂ ਸ਼ੁਰੂ ਹੁੰਦੇ ਆ। ਕਹਿੰਦੇ ਆਜ ਮਲਾਵਾ ਸ਼ੇਖ ਫਰੀਦ, ਟੱਕਮ ਕੁੰਝੜੀਆਂ। ਟੱਕਮ ਦਾ ਆਪਾਂ ਰੋਕ ਲਾ, ਕੁੰਝੜੀਆਂ ਇੰਦਰੀਆਂ ਨੂੰ। ਕਹਿੰਦੇ ਆਪਣੀਆਂ ਇੰਦਰੀਆਂ ਨੂੰ ਰੋਕ ਲੈਣ ਤੇ ਵਹਿਣ ਰੋਕ ਲਾ। ਜਦੋਂ ਵਹਿਣ ਰੁਕ ਗਏ, ਹੋਏ 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 ਹੋਏ, ਤਜਰਬਾ ਕਰਕੇ ਦੇਖਿਓ। ਕੋਈ ਨਹਿਰ ਵਗਦੀ ਹੈ, ਕੋਈ ਨਹਿਰ ਵਗਦੀ ਹੈ, ਜਦੋਂ ਪਾਣੀ ਵਗਦਾ ਉਹਦੇ ਵਿੱਚੋਂ ਤੇ ਕੋਈ ਚੀਜ਼ ਸੁੱਟਦੀ ਹੈ, ਰੁੜ ਜਾਂਦੀ ਹੈ, ਉਹ ਕਿਤੇ ਦੀ ਕਿਤੇ ਪਹੁੰਚ ਜਾਂਦੀ। ਵਗਦੇ ਦਰਿਆ ਵਿੱਚ, ਵਗਦੀ ਨਹਿਰ ਦੇ ਵਿੱਚ ਕੋਈ ਬੰਦਾ ਕਾਨਾ ਲੈ ਕੇ ਫਿਰਨ ਰਿਹਾ ਸੀ, ਕਾਨਾ ਖੜਾ ਕਰੇ ਰੁੜ ਜਾਵੇ। ਉਹ ਕਾਨਾ ਗੱਡੇ ਰੁੜ ਜਾਵੇ। ਉਹ ਬੜਾ ਹੈਰਾਨ, ਕਹਿੰਦਾ ਯਾਰ ਮੈਂ ਤੰਗ ਆ ਗਿਆ। ਕਹਿੰਦਾ ਕਿਉਂ? ਕਹਿੰਦਾ ਮੈਂ ਇੱਥੇ ਕੋਈ ਚੀਜ਼ ਗੱਡਦਾ, ਖੜੁੰਦੀ ਨਹੀਂ, ਪਾਣੀ ਰੁੜ ਕੇ ਲੈ ਜਾਂਦਾ। ਸਮਾਂ ਬਤੀਤ ਹੋਇਆ ਤੇ ਪਾਣੀ ਸੁੱਕ ਗਿਆ। ਸਮਾਂ ਬਤੀਤ ਹੋਇਆ, ਪਿੱਛੋਂ ਪਾਣੀ ਆਉਣਾ ਬੰਦ ਕਰਤਾ ਕਿਸੇ ਨੇ, ਨਦੀ ਸੁੱਕ ਗਈ। ਆਇਆ ਅੱਜ, ਕਹਿੰਦਾ ਕਮਾਲ ਹੈ ਯਾਰ, ਨਦੀ ਸੁੱਕ ਗਈ। ਕਹਿੰਦਾ ਹਾਂ। ਕਹਿੰਦਾ ਇਹਨੂੰ ਕਿਹਾ ਅੱਜ ਰੁੜ ਕੇ ਵਿਖਾਵੇ ਦਰਿਆ ਨੂੰ, ਨਦੀ ਨੂੰ ਕਿਹਾ ਰੁੜ ਕੇ ਵਿਖਾਵੇ। ਉਹਨੇ ਉਹੀ ਕਾਨਾ ਨਿੱਕਾ ਜਿਹਾ ਮਾੜਾ ਜਿਹਾ ਚੋਟ ਮਾਰੀ ਤੇ ਗੱਡ ਗਿਆ। ਤੇ ਕੀ ਹੋਇਆ? ਹੌਲੀ ਹੌਲੀ ਹਵਾ ਪੈ ਪੈ ਕੇ ਉੱਥੇ ਉਸੇ ਦਰਿਆ ਦੀ ਮਿੱਟੀ ਇੰਨੀ ਇਕੱਠੀ ਹੋ ਗਈ ਕਿ ਕਾਨਾ ਹਿੱਲਣ ਜੋਗਾ ਵੀ ਨਹੀਂ।
ਕੀ ਕਹਿੰਦਾ ਕਿਸੇ ਨੂੰ? ਕਹਿੰਦਾ ਹੁਣ ਪਾਣੀ ਰੁਕਿਆ ਨਾ ਹਟੋਂ ਆਵਣੋਂ ਆਖਿਆ ਨਾ, ਕਾਨਾ ਖਲੋ ਗਿਆ, ਕਹਿੰਦਾ ਹੁਣੇ ਲੱਗੇ ਵਿਖਾਵੇ। ਤੇ ਗੁਰੂ ਸਾਹਿਬਾਨ ਕਹਿੰਦੇ ਉਹ ਮਨ ਦੀਆਂ ਖਾਸ਼ਾਂ ਤ੍ਰਿਸ਼ਨਾਵਾਂ ਮੰਗਾਂ ਰੋਕ ਕੇ ਵੇਖ ਲੈ, ਫਿਰ ਗੁਰੂ ਦਾ ਸ਼ਬਦ ਨਾਮ ਰੁਕਦਾ ਕਿ ਨਹੀਂ ਰੁਕਦਾ ਭਲਾ? ਕਾਨੇ ਵਾਂਗੂ ਟਿਕਦਾ ਕਿ ਨਹੀਂ ਟਿਕਦਾ ਭਲਾ? ਕਹਿੰਦਾ ਫਿਰ ਕਿਉਂ? ਕਹਿੰਦਾ ਹੋਣਾ ਕੀ ਹੈ? ਕਹਿੰਦਾ ਜਦੋਂ ਤੂੰ ਵਾਹਿਗੁਰੂ ਕਹਿੰਦਾ ਨਾਲ ਹੀ ਤੇਰੀਆਂ ਤ੍ਰਿਸ਼ਨਾਵਾਂ ਭਾਵਨਾ ਰੁੜ ਕੇ ਲੈ ਜਾਂਦੀਆਂ ਨੇ। ਕਹਿੰਦਾ ਇਹਨਾਂ ਨੂੰ ਬੰਦ ਕਰ, ਟੱਕ ਮਕੁੰਜੜੀਆਂ ਮਨੋਂ ਮਚਿੰਦੜੀਆਂ, ਜਿਹੜੀਆਂ ਤੇਰੇ ਮਨ ਨੂੰ ਮਚਾਉਂਦੀਆਂ ਨੇ, ਭੂਏ ਚੜਾਉਂਦੀਆਂ ਨੇ। ਇਹ ਇੰਨੀਆਂ ਭੂਏ ਚੜਾਉਂਦੀਆਂ ਨੇ, ਬੈਠਾ ਗੁਰੂ ਘਰ ਹੁੰਦਾ, ਪੜ੍ਹਨ ਬਾਣੀ ਡਿਆ ਹੁੰਦਾ, ਐਡਾ ਮੱਛਰਿਆ ਹੁੰਦਾ, ਆਪਣੀ ਸੁਣਾਉਣੀ ਚਾਹੁੰਦਾ ਬਿਰਤੀ ਨੂੰ, ਗੁਰੂ ਦੀ ਸੁਣਨ ਨਹੀਂ ਦਿੰਦਾ। ਇਹ ਮਨ ਗੁਰੂ ਦੀ ਨਹੀਂ ਸੁਣਦਾ, ਬੈਠਾ ਟੌਰ ਨਾਲ। ਕਿਹੜੀ ਗੱਲੋਂ? ਉਹ ਇੰਦਰੀਆਂ ਮਚਾਉਣ ਡਈਆਂ ਇਹਨੂੰ, ਛੱਡ ਪਰਾਂ। ਕਹਿੰਦਾ ਧਿਆਨ ਦਿਓ, ਗੁਰੂ ਘਰ ਨੂੰ ਸਵੇਰੇ ਉੱਠ ਕੇ ਤੁਰਨ ਲੱਗਦੇ ਆ ਤੇ ਮਨ ਦੇ 'ਚ ਇੰਦਰੀਆਂ ਹੀ ਮਚਾਉਂਦੀਆਂ, ਉਹ ਛੱਡ ਪਰਾਂ ਕੀ ਲੈਣ ਜਾਣਾ, ਐਵੇਂ ਟਾਈਮ ਬਰਬਾਦ ਕਰੀ ਰਹੇ। ਇਹ ਟਾਈਮ ਬਰਬਾਦ ਦੱਸਦੀਆਂ ਨੇ ਇੰਦਰੀਆਂ, ਟਾਈਮ ਬਰਬਾਦ ਕਰਨ ਦਾ, ਛੱਡ ਪਰਾਂ ਕੀ ਲੈਣ ਜਾਣਾ। ਤੇ ਜਿਨ੍ਹਾਂ ਦੀਆਂ ਇਹ ਇੰਦਰੀਆਂ ਰੁਕੀਆਂ, ਜਿਨ੍ਹਾਂ ਦਾ ਵੈਣ ਨਹੀਂ ਵਹਿੰਦੇ, ਹਾਏ ਹਾਏ ਹਾਏ, ਗੁਰੂ ਪਿਆਰੇ ਉਹ ਤੜਕੇ ਉੱਠ ਕੇ ਹੀ ਤਿਆਰ ਹੋਣ ਡਿਆਂ ਤੇ ਘਰ ਦੇ ਰੋਕਣ ਡਿਆਂ ਅੰਦਰ, ਛੱਡੋ ਪਰਾਂ ਅੱਜ ਰਹਿਣ ਦਿਓ। ਤੇ ਕੀ ਕਹਿੰਦੇ? ਕਾਨਾ ਰੁਕਿਆ ਨਾ, ਪਾਣੀ ਨਹੀਂ ਵਗਦਾ ਪਿਆ। ਕੀ ਕਹਿੰਦੇ ਉਹ? ਕਹਿੰਦੇ ਗੱਲ ਸੁਣੋ, ਮੈਂ ਰੋਟੀ ਦੀ ਭੁੱਖ ਤੋਂ ਤੇ ਰਹਿ ਸਕਦਾ ਹੈ, ਪਾਣੀ ਪੀਤੇ ਬਗੈਰ ਤੇ ਰਹਿ ਸਕਦਾ, ਕਿਸੇ ਰਿਸ਼ਤੇਦਾਰ ਨੂੰ ਮਿਲਣ ਤੋਂ ਬਗੈਰ ਤੇ ਰਹਿ ਸਕਦਾ ਹੈ, ਪਰ ਮੈਂ ਗੁਰੂ ਦੇ ਚਰਨਾਂ 'ਚ ਜਾਣ ਤੋਂ ਬਗੈਰ ਨਹੀਂ ਰਹਿ ਸਕਦਾ। ਮੈਨੂੰ ਜਾ ਲੈਂਦੇ ਗੁਰੂ ਦੇ ਕੋਲ, ਮੈਨੂੰ ਸੁਣਾਉਣ ਦੇ ਦੋ ਕੁ ਬੋਲ। ਇਹ ਦੋ ਬੋਲ ਕਿਹੜੇ ਹੁਣ? ਧਿਆਨ ਦਿਓ, ਦੋ ਬੋਲ ਕਿਹੜੇ? ਉਹ ਜਿਹੜਾ ਕਾਨਾ ਨੱਪਿਆ ਸੀ ਨਾ, ਹੁਣ ਲਾਗੋ ਲਾਗੋਂ ਉਸੇ ਦਰਿਆ ਦੀ ਮਿੱਟੀ ਉੱਡ ਉੱਡ ਕੇ ਲਾਗੇ ਢੇਰ ਬਣ ਰਹੀ ਹੈ, ਹੋਰ ਮਜ਼ਬੂਤੀ ਹੋਣ ਰਹੀ ਹੈ। ਤੇ ਹੁਣ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਗੁਰੂ ਚਰਨਾਂ ਦੇ ਵਿੱਚ ਜਾ ਕੇ ਕਥਾ ਸੁਣਦੇ ਹਾਂ, ਤੇ ਹੋਰ ਨਾਮ ਨੂੰ ਮਜ਼ਬੂਤੀ ਮਿਲ ਰਹੀ ਹੈ, ਹੋਰ ਸਿਮਰਨ ਪੱਕਾ ਹੋਣ ਡਿਆ। ਹੁਣ ਨਹੀਂ ਹਿੱਲਣਾ ਇਹਨੇ, ਵੱਜਣ ਡਿਆ, ਆ ਜਾ ਜਿੰਨੇ ਆਉਣਾ। ਕਹਿੰਦੇ ਫਿਰ ਨਹੀਂ ਇਹ ਪਰਵਾਹ ਕਰਦਾ ਅੰਦਰ ਦੀ ਚੀਜ਼ਾਂ ਦੀ। ਸੋ ਧਿਆਨ ਦੇਣਾ, ਅਸੀਂ ਲੋਕਾਂ ਨੇ ਗੌਰ ਨਹੀਂ ਕੀਤਾ, ਸਾਨੂੰ ਲੋੜ ਨਹੀਂ ਪਈ, ਸਾਡੀ ਅਵਸਥਾ ਨਹੀਂ ਪਹੁੰਚੀ ਇੱਥੇ ਤੱਕ। ਜਿੱਦਣ ਪਹੁੰਚ ਗਈ, ਜਿੱਦਣ ਸਾਡੀ ਇਹ ਮਨ ਬਿਰਤੀ ਬਣ ਗਈ ਨਾ, ਕਿਹੜੀ? ਵੀ ਛੱਡ ਪਰਾਂ ਯਾਰ, ਕੁਛ ਨਹੀਂ ਮੰਗਣਾ, ਕੋਈ ਲੋੜ ਨਹੀਂ ਮੰਗਣ ਦੀ। ਕਿਉਂਕਿ ਗੁਰੂ ਸਾਹਿਬਾਨ ਨੇ ਕਿਹਾ, ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਦੇਖੋ ਇੱਥੇ ਹੁਣ ਕੁੰਠੀ ਪੈ ਗਈ, ਇਸੇ ਸ਼ਲੋਕ ਦੀ ਆਖਰੀ ਪੰਕਤੀ ਹੈ, ਹੁਣ ਕੁੰਠੀ ਪੈ ਗਈ। ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਪਰ ਆਪਾਂ ਕੀ ਮੰਨ ਲਿਆ? ਅਸੀਂ ਇਹੀ ਪੰਕਤੀ ਪੜ੍ਹ ਲਈ ਤੇ ਗੁਰੂ ਸਾਹਿਬ ਆਪੇ ਕਹਿੰਦੇ ਮੰਗਣ ਦੀ ਲੋੜ ਨਹੀਂ ਹੈ, ਆਪੇ ਤੇ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੰਗ ਲਓ ਜੋ ਵੀ ਮੰਗਣਾ। ਉਹ ਭਾਈ ਇੱਕ ਕੰਮ ਕਰਿਓ ਜ਼ਿੰਦਗੀ ਦੇ ਵਿੱਚ, ਜੇ ਕਿਤੇ ਕਾਰ ਚਲਾਈ ਹੋਵੇ ਨਾ, ਜੇ ਕਿਤੇ ਕਾਰ ਚਲਾਈ ਹੋਵੇ ਤੇ ਕਾਰ ਦੇ 4 ਟਾਇਰ ਹੁੰਦੇ ਆ, ਤੇ ਚਾਰੇ ਟਾਇਰ ਚਾਹੀਦੇ ਆ। ਪਿਛਲੇ 2 ਲਾ ਦਈਏ ਤੇ ਅਗਲੇ 2 ਟਾਇਰਾਂ ਨਾਲ ਕਾਰ ਨਹੀਂ ਕਿਤੇ ਜਾਂਦੀ, ਮੰਜ਼ਿਲ ਤੇ ਨਹੀਂ ਪਹੁੰਚਦੀ। ਕਹਿੰਦੇ ਹਾਂਜੀ, ਆਪਾਂ ਲੋਕਾਂ ਨੇ ਪਹਿਲੀ ਪੰਕਤੀ ਪੜ੍ਹ ਲਈ ਇੱਕੋ ਹੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਪਹਿਲੀ ਪੜ੍ਹ ਲਈ, ਪਿਛਲੇ ਟਾਇਰ ਛੇੜੇ ਹੀ ਨਹੀਂ, ਪਿਛਲੇ ਟਾਇਰ ਲਾਤੇ ਗੱਡੀ ਤੇ। ਪਿਛਲੀ ਪੰਕਤੀ ਵੀ ਜੋੜ ਲਓ ਨਾਲ। ਮੰਗਣ ਜੋਗਾ ਕੌਣ ਆ? ਪਰਮਾਤਮਾ ਦੇ ਦਰ ਤੋਂ ਮੰਗਣ ਜੋਗਾ ਕੌਣ ਹੈ? ਕਿਹਨੂੰ ਕਿਹਾ ਤੂੰ ਜੋ ਮੰਗੇਗਾ ਮੈਂ ਦੇ ਦੂੰਗਾ? ਕੌਣ ਹੈ ਉਹ? ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ, ਗੁਰੂ ਜੀ ਕਹਿੰਦੇ ਜਿਹੜਾ ਦਾਸ ਆ, ਜਿਹੜਾ ਪਰਮਾਤਮਾ ਤੱਕ ਪਹੁੰਚ ਚੁੱਕਾ, ਜਿਹੜਾ ਲੀਨ ਹੋ ਚੁੱਕਾ ਹੈ। ਕਹਿੰਦੇ ਕਿਵੇਂ? ਕੋਈ ਗੁਰਸਿੱਖ ਪਿਆਰਾ ਸੀ ਤੇ ਪੈਸਿਆਂ ਦੀ ਲੋੜ ਪੈ ਗਈ ਕਿਤੇ ਲੱਖ ਕੁ ਰੁਪਏ ਦੀ, ਤੇ ਉਹਦੇ ਨਾਨਕੇ ਬੜੇ ਅਮੀਰ ਸੀ, ਮਾਮੇ ਕੋਲ ਬੜਾ ਪੈਸਾ ਸੀ। ਤੇ ਮਾਂ ਨੂੰ ਕਹਿੰਦਾ ਮਾਂ ਜੇ ਤੇਰਾ ਭਰਾ ਰੁਪਈਆ ਲੱਖ ਦੇ ਦੇ ਸਾਡਾ ਥਰ ਜਾਣਾ। ਕਹਿੰਦੀ ਗੱਲ ਤੇ ਪੁੱਤ ਤੇਰੀ ਸਹੀ ਹੈ, ਤੇ ਉਹਨੇ ਕਿਹੜੀ ਨਾ ਕਰਨੀ ਪੁੱਤ, ਤੈਨੂੰ ਦੇ ਦੇਣੇ ਉਹਨੇ, ਦੇ ਦੇਣੇ। ਮਾਮਾ ਤੇਰਾ ਬੜਾ ਵਧੀਆ, ਤੇਰੇ ਨਾਲ ਬਹੁਤ ਪਿਆਰ ਕਰਦਾ, ਤੈਨੂੰ ਲੱਖ ਰੁਪਇਆ ਦੇ ਦੇਣਾ ਉਹਨੇ। ਇੱਦਾਂ ਹੀ ਕਰਦਾ ਰਿਹਾ ਰੋਜ਼ ਦਿਹਾੜੀ, ਕਿਤੇ ਮਾਮਾ ਦੇ ਦੇ ਲੱਖ ਰੁਪਇਆ, ਤੇ ਕੀ ਹੋਣ ਲੱਗਾ? ਕਮੀ ਕੋਈ ਨਾ ਮਾਮੇ ਕੋਲ ਪੈਸਿਆਂ ਦੀ। 5-6 ਮਹੀਨੇ ਲੰਘ ਗਏ ਇੱਦਾਂ ਹੀ ਕਰਦਿਆਂ ਕਰਦਿਆਂ। ਇੱਕ ਦਿਨ ਵਿਆਹ ਤੇ ਇਕੱਠੇ ਹੋਏ ਕਿਸੇ, ਉੱਥੇ ਮਾਮੇ ਨੂੰ ਵੇਖ ਕੇ ਕਹਿੰਦਾ ਮਾਮਾ ਜੀ ਕਾਹਦੇ ਅਮੀਰ ਹੋ ਤੁਸੀਂ? ਕਹਿੰਦੇ ਕੀ ਗੱਲ ਹੋਈ, ਕਾਹਦੇ ਅਮੀਰ ਹੋ ਤੁਸੀਂ? ਗੱਲ ਕੀ ਹੋਈ? ਕਹਿੰਦਾ 1 ਲੱਖ ਰੁਪਏ ਦੀ ਲੋੜ ਪਈ, ਤੁਸੀਂ ਢੀਮ ਨਹੀਂ ਮਾਰੀ। ਤਾਂ ਮਾਮਾ ਕੀ ਕਹਿੰਦਾ ਹੁਣ? ਕਹਿੰਦਾ ਪੁੱਤਰਾ ਤੂੰ ਲੱਖ ਦੀ ਗੱਲ ਕਰਦਾ, ਤੂੰ ਦੱਸ ਲੈ ਉਹਨੂੰ
ਮਿਲ ਦੋ ਤਾਂ ਸਹੀ। ਪਹਿਲਾਂ ਕੀ ਚੀਜ਼ ਹੈ ਜ਼ਰੂਰੀ? ਮਿਲਣਾ। ਤੇ ਪਰਮਾਤਮਾ ਵੀ ਕਹਿੰਦੇ ਆ ਤੂੰ ਦਾਤਾ ਹੀ ਮੰਗਦਾ ਫਿਰਦਾ, ਦਾਤਾ ਨੂੰ ਛੱਡ ਕੇ ਤੇ ਮੈਨੂੰ ਮਿਲਦਾ ਤਾਂ ਸਹੀ, ਮਿਲਦਾ ਤਾਂ ਸਹੀ। ਪਹਿਲਾਂ ਮਿਲਾਪ ਆ। ਨਾਨਕ ਦਾਸ, ਪਹਿਲਾਂ ਦਾਸ ਬਣਨਾ। ਮੁੱਖ ਤੇ ਜੋ ਬੋਲੇ, ਰੱਬ ਦਾ ਦਾਸ ਆ ਇਕੱਲਾ। ਤੂੰ ਤੇ ਜੋ ਬੋਲੇਗਾ ਇੱਥੇ ਧਰਤੀ ਤੇ ਦਰਗਾਹ ਸੱਚ ਹੋਵੇਗਾ। ਉਹਨੂੰ ਆ ਹੁਕਮ ਕੀ? ਜੋ ਮੰਗੇ ਠਾਕੁਰ ਆਪਣੇ ਤੇ। ਕਹਿੰਦਾ ਰੱਬ ਦਾ ਪਿਆਰਾ ਜੋ ਵੀ ਮੰਗੇਗਾ ਪਰਮਾਤਮਾ ਦੇਏਗਾ। ਕਹਿੰਦਾ ਦੇਏਗਾ? ਕਹਿੰਦਾ ਹਾਂ, ਲਿਖਿਆ ਬਾਣੀ 'ਚ, ਆਓ ਪੜ੍ਹ ਲਓ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਦੱਸੋ, ਲੈ ਕੇ ਟਿਕਾਣੇ ਤੇ ਚੁੱਕੇ ਗੁਰੂ ਜੀ। ਕਹਿੰਦੇ ਸਭੇ ਇੱਛਾ ਪੂਰੀਆਂ। ਆਂਦਾ ਤੇਰੇ ਅੰਦਰ ਜਿੰਨੀਆਂ ਵੀ ਇੱਛਾ ਸਾਰੀਆਂ ਪੂਰੀਆਂ ਹੋ ਜਾਣਗੀਆਂ। ਹੁਣ ਧਿਆਨ ਦਿਓ ਇੱਥੇ ਰੁਕ ਕੇ। ਵੀ ਹੁਣੇ ਤੇ ਕਿਹਾ ਸੀ ਇੱਛਾ ਰੱਖਣੀ ਕੋਈ ਨਹੀਂ, ਤੇ ਹੁਣ ਤੇ ਬਾਣੀ ਪੰਕਤੀ ਆ ਗਈ ਹੈ, ਸਭੇ ਇੱਛਾ ਪੂਰੀਆਂ, ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਨਹੀਂ, ਹੁਣ ਇੱਥੇ ਪੂਰੀਆਂ ਨੂੰ ਧਿਆਨ ਨਾਲ ਸਮਝਣਾ। ਹੁਣ ਸਭੇ ਇੱਛਾ ਪੂਰੀਆਂ, ਇੱਥੇ ਪੂਰੀਆਂ ਦਾ ਮਤਲਬ ਪਤਾ ਕੀ? ਫਲਾਣਾ ਸੋ ਪੂਰਾ ਹੋ ਗਿਆ। ਕਹਿੰਦਾ ਪੂਰਾ ਕਹਿਣ ਦੀ ਦੇਰ ਸੀ, ਪਤਾ ਲੱਗਿਆ ਮਰ ਗਿਆ, ਮਰ ਗਿਆ, ਉਹ ਖਤਮ ਹੋ ਗਿਆ। ਉਹ ਫਲਾਣੀ ਬੀਬੀ ਪੂਰੀ ਹੋ ਗਈ ਹੈ, ਮਰ ਗਈ ਹੈ, ਖਤਮ ਹੋ ਗਈ ਹੈ। ਤੇ ਗੁਰੂ ਸਾਹਿਬ ਦੇ ਸਭੇ ਇੱਛਾ ਪੂਰੀਆਂ ਆਂਦੇ ਫਿਰ ਜਾਂ ਪਾਇਆ ਅਗ ਅਮਾਰਾ। ਕਹਿੰਦੇ ਜਿੱਦਾਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾ, ਜਿਹੜਾ ਸਾਡੀ ਇੰਦਰੀਆਂ ਤੋਂ ਪਹੁੰਚਿਆ, ਪਰਾਂ ਬੈਠਾ ਹੈ, ਸਾਡੀ ਪਕੜ ਤੋਂ ਬਾਹਰ ਬੈਠਾ ਹੈ, ਆਂਦਾ ਜਿਹੜਾ ਬੇਅੰਤ ਹੈ, ਅਪਾਰਾ ਬੇਅੰਤ ਹੈ। ਆਂਦਾ ਜਿੱਦਣ ਪਾਲਿਆ ਸਭੇ ਇੱਛਾ ਪੂਰੀਆਂ, ਸਾਰੀਆਂ ਇੱਛਾ ਮਰ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਕਹਿੰਦਾ ਹੈ, ਕਹਿੰਦੇ ਫਿਰ ਕੋਈ ਇੱਛਾ ਨਹੀਂ ਰਹਿੰਦੀ, ਕੋਈ ਇੱਛਾ ਨਹੀਂ ਰਹਿੰਦੀ, ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ। ਫਿਰ ਕੀ ਪੈਦਾ ਹੁੰਦਾ? ਉਹਨਾਂ ਨੇ ਕਿਹਾ ਨਾਨਕ ਦਾਸ ਮੁਖ ਤੇ ਜੋ ਬੋਲੇ ਹਾਂ ਉਹਾਂ ਸੱਚ ਹੋਵੇ। ਕਹਿੰਦੇ ਰੱਬ ਦਾ ਪਿਆਰਾ ਜੋ ਵੀ ਬੋਲਦਾ ਇੱਥੇ ਤੇ ਉੱਥੇ ਸੱਚ ਹੁੰਦਾ। ਬੋਲਦਾ ਕੀ? ਉਹ ਕੀ ਮੰਗਦਾ? ਉਹ ਰੱਬ ਦੇ ਸਾਹਮਣੇ ਹੋ ਕੇ ਮੰਗਦਾ ਕੀ ਹੈ? ਉਹ ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦਾਂ ਨਹੀਂ ਮੰਗਦਾ। ਉਹ ਤੇ ਪਰਮਾਤਮਾ ਸਾਹਮਣੇ ਖਲੋ ਕੇ ਮੰਗਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਮੰਗਣ ਲੱਗ ਪੈਂਦਾ। ਆਜੇ ਸਰਬੱਤ ਦਾ ਭਲਾ ਮੰਗਣ ਵਾਲਾ। 5 ਅੱਖਰ ਨੇ, ਨਾਨਕ, ਫਿਰ ਨਾਮ, ਫਿਰ ਚੜ੍ਹਦੀ ਕਲਾ, ਫਿਰ ਤੇਰੇ ਭਾਣੇ, ਫਿਰ ਸਰਬੱਤ ਦਾ ਭਲਾ। 5 ਅੱਖਰ, 5 'ਚ ਵੰਡਣਾ ਇਹਨੂੰ। ਕੀ ਕਹਿੰਦੇ ਗੁਰੂ ਜੀ? ਸਭ ਤੋਂ ਪਹਿਲਾਂ ਨਾਨਕ। ਨਾਨਕ ਕੌਣ ਹੈ? ਕੌਣ ਹੈ? ਨਾਨਕ ਜਿਹਦੀ ਮੈਂ ਮਰੀ ਹੈ, ਹਉਮੈ ਮਰੀ ਹੈ। ਕਹਿੰਦਾ ਸਭ ਤੋਂ ਪਹਿਲਾਂ ਆਪਣੀ ਹਉਮੈ ਮਾਰ। ਜਿੱਦਣ ਆਪਣੀ ਹਉਮੈ ਮਾਰੇਗਾ ਨਾਨਕ, ਫਿਰ ਨਾਮ। ਆਂਦਾ ਤਾਂ ਤੇਰੇ 'ਚ ਨਾਮ ਟਿਕਣਾ ਹੀ। ਉਹਨਾਂ ਚਿਰ ਤੇਰੇ 'ਚ ਨਾਮ ਨਹੀਂ ਟਿਕਣਾ ਜਿੰਨ ਚਿਰ ਤੇਰੀ ਮੈਂ ਨਹੀਂ ਮਰੀ। ਪਹਿਲਾਂ ਨਾਨਕ ਵਰਗਾ ਬਣ, ਮੈਂ ਮਾਰ, ਫਿਰ ਨਾਮ ਨਾਲ ਜੁੜ। ਜਿੱਦਾਂ ਤੂੰ ਨਾਮ ਨਾਲ ਜੁੜ ਜਾਏ ਕੀ ਹੋਏਗਾ? ਨਾਨਕ ਨਾਮ ਚੜ੍ਹਦੀ ਕਲਾ। ਕਹਿੰਦਾ ਤੇਰੀ ਫਿਰ ਬਿਰਤੀ ਚੜ੍ਹਦੀ ਕਲਾ 'ਚ ਆਊਗੀ। ਹੁਣ ਨਹੀਂ ਪਰਵਾਹ ਕੋਈ ਵੀ। ਆਂਦਾ ਜਿੱਦਾਂ ਤੇਰੀ ਬਿਰਤੀ ਚੜ੍ਹਦੀ ਕਲਾ 'ਚ ਆ ਜਾਊਗੀ ਕੀ ਹੋਏਗਾ? ਤੇਰੇ ਭਾਣੇ। ਕਹਿੰਦਾ ਫਿਰ ਤੇਰੀ ਬਿਰਤੀ ਪਰਮਾਤਮਾ ਦੇ ਭਾਣੇ 'ਚ ਆ ਜਾਊਗੀ। ਆਂਦਾ ਜਿੱਦਣ ਭਾਣੇ 'ਚ ਆ ਜਾਏਗੀ ਬਿਰਤੀ, ਆਂਦਾ ਫਿਰ ਬਿਰਤੀ ਮੰਗੂਗੀ ਕੀ? ਸਰਬੱਤ ਦਾ ਭਲਾ। ਜਿੰਨਾ ਚਿਰ ਅਸੀਂ ਭਾਣੇ 'ਚ ਨਹੀਂ ਆਉਂਦੇ ਉਹਨਾਂ 'ਚ ਅਸੀਂ ਕਿਸੇ ਦਾ ਭਲਾ ਨਹੀਂ ਮੰਗ ਸਕਦੇ, ਨਹੀਂ ਮੰਗ ਸਕਦੇ। ਉਹਦੇ ਭਾਣੇ ਵਿੱਚ ਰਹਿ ਕੇ ਅਸੀਂ ਕਿਸੇ ਦਾ ਭਲਾ ਮੰਗ ਸਕਦੇ ਹਾਂ। ਉਹਦੇ ਭਾਣੇ ਤੋਂ ਬਗੈਰ ਤੇ ਆਪਾਂ ਕਿਹਦਾ ਬੇੜਾ ਗਰਕ ਹੋ ਜਾਏ, ਮੇਰਾ ਭਲਾ ਹੋ ਜਾਏ, ਇਹਦੇ ਮੰਗਾਂਗੇ। ਜੁੜਨਾ ਪੈਣਾ ਹੈ, ਅੰਦਰੋਂ ਉਹਦੇ ਵਰਗਾ ਹੋਣਾ ਪੈਣਾ ਹੈ। ਐਦਾਂ ਨਹੀਂ ਗੱਲ ਬਣ ਜਾਣੀ। ਬੜਾ ਕੁਛ ਲਿਖਿਆ ਹੈ। 892 ਅੰਗ ਤੇ ਪੜ੍ਹੋ ਕੀ ਲਿਖਿਆ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੋ ਮੰਗੇ ਸੋ ਭੁੱਖਾ ਰਹੇ। ਪੜ੍ਹ ਲਓ 892 ਅੰਗ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੋ ਮੰਗੇ ਸੋ ਭੁੱਖਾ ਰਹੇ। ਕਹਿੰਦਾ ਜੋ ਮੰਗੇਗਾ ਭੁੱਖਾ ਹੀ ਰਹੇਗਾ। ਸੁਣਿਓ, ਕਿਤੋਂ ਭੁੱਖਾ ਰਹੇਗਾ? ਕਿਤੋਂ ਭੁੱਖਾ ਰਹੇਗਾ? ਜੋ ਸੰਸਾਰ ਦੀਆਂ ਚੀਜ਼ਾਂ ਮੰਗੇਗਾ ਉਹ ਭੁੱਖਾ ਰਹੇਗਾ। ਕਿਤੋਂ? ਨਾਮ ਤੋਂ, ਸਿਮਰਨ ਤੋਂ। ਇਹ ਉਹ ਕੀ ਗੱਲ ਆ ਗਈ? ਸੁਣਿਓ, ਉਹ ਫਕੀਰ ਕਹਿੰਦਾ ਉਹਨਾਂ ਫਰਿਸ਼ਤਿਆਂ ਨੂੰ, ਕਹਿੰਦਾ ਕਿਰਪਾ ਕਰ ਦਿਓ ਮੇਰੇ ਅੰਦਰ ਮੰਗ ਕੋਈ ਨਾ ਰਹੇ। ਕਿ ਜੇ ਮੰਗ ਰਹੀ ਤੇ ਮੈਂ ਭੁੱਖਾ ਹੀ ਰਹਿਣਾ। ਕਾਹਤੋਂ? ਸ਼ਬਦ ਤੋਂ, ਪਰਮਾਤਮਾ ਦੇ ਦਿਦਾਰਿਆਂ ਤੋਂ ਮੈਂ ਭੁੱਖਾ ਰਹਿ ਜਾਣਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੰਗਣਾ ਛੱਡ ਦੇ, ਰੱਜ ਜਾਏਗਾ। ਕਿਤੋਂ? ਪਰਮਾਤਮਾ ਦੇ ਦਰਸ਼ਨ ਹੋ ਜਾਣਗੇ, ਉਹ 'ਚ ਲੀਨ ਹੋ ਜਾਏਗਾ। ਕਦੋਂ? ਜਿੱਦਾਂ ਝੂਠੀਆਂ ਮੰਗਾਂ ਛੱਡ ਕੇ ਜਹਾਜ਼ 'ਤੇ ਸਵਾਰ ਹੋ ਜਾਏਗਾ। ਨਾਮ ਨਾਲ ਜੁੜ ਜਾਏਗਾ, ਸ਼ਬਦ ਨਾਲ ਜੁੜ ਜਾਏਗਾ। ਸ਼ਬਦ ਨਾਲ ਤਾਂ ਜੁੜੇ ਕੋਈ ਨਹੀਂ ਅਸੀਂ, ਨਾਮ ਨਾਲ ਤਾਂ ਜੁੜੇ ਕੋਈ ਨਹੀਂ। ਅਸੀਂ ਤਾਂ ਬੈਠੇ ਇੱਥੇ ਹਾਂ, ਪੜ੍ਹ ਗੱਡੀ
ਨਦੀ ਬੰਨ੍ਹਦੀਆਂ ਵੰਡਾਂ ਆਪਾਂ, ਬੰਨ੍ਹਦੀਆਂ ਵੰਡਾਂ। ਗੁਰੂ ਪਿਆਰਿਓ ਧਿਆਨ ਨਾਲ, ਫਿਰ ਤਾਂ ਗੁਰੂ ਸਾਹਿਬਾਨ ਨੇ ਕਿਹਾ, ਕਹਿੰਦੇ ਦਾਸ ਕਾ ਦੁੱਖ ਵਧਾਰਿਓ। ਕਹਿੰਦੇ ਜਦੋਂ ਸਾਡੀ ਬਿਰਤੀ ਪਰਮਾਤਮਾ ਦੀ ਦਾਸ ਬਣ ਜਾਂਦੀ ਹੈ, ਫਿਰ ਪਰਮਾਤਮਾ ਜਿਹੜੇ ਦੁੱਖ ਨੇ ਨਾਸ਼ ਕਰ ਦਿੰਦਾ ਹੈ। ਦਾਸ ਬਣੇ ਤਾਂ ਨਾ, ਦਾਸ ਤੇ ਬਣੇ ਕੋਈ ਨਹੀਂ ਸੀ। ਦਾਸ ਬਣਨ ਲਈ ਤੇ ਗੁਰੂ ਦੇ ਲੜ ਲੱਗੇ ਸੀ, ਅੰਮ੍ਰਿਤ ਛਕਿਆ ਸੀ, ਪਾਠ ਕੀਤਾ ਸੀ, ਬਾਣੀ ਪੜ੍ਹੀ ਸੀ, ਪਰ ਦਾਸ ਬਣੇ ਕੋਈ ਨਾ। ਕਿਉਂ ਨਾ ਬਣੇ? ਦਾਸ ਕਿਹਨੂੰ ਕਹਿੰਦੇ ਆ? ਦਾਸੀ ਨੂੰ, ਨੌਕਰ ਚਾਕਰ ਨੂੰ ਦਾਸ ਕਿਹਨੂੰ ਕਹਿੰਦੇ ਆ? ਜਿਹਦਾ ਦਾਸ ਉਹਦੀ ਮੰਨੇ। ਅਸੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਸੀ ਜੀ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਥੋੜ੍ਹੀ ਤੇ ਮਨਾਉਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਕੰਮ ਕਰ ਦਿਓ, ਮੇਰਾ ਕੰਮ ਕਰ ਦਿਓ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨਾਉਂਦਿਆਂ ਮਨਾਉਂਦਿਆਂ ਜ਼ਿੰਦਗੀ ਲੰਘ ਗਈ ਹੈ, ਮੈਂ ਵੀ ਰੋਜ਼ ਉਡੀਕ ਕਰਦਾ ਕਿੱਦਣ ਮੈਨੂੰ ਮੰਨੇਗਾ, ਕਿੱਦਣ ਮੈਨੂੰ ਮੰਨੇਗਾ। ਤਾਂ ਹੀ ਤੁਹਾਨੂੰ ਲਿਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਮਾਨਿਓ ਕਿਹਾ ਹੈ? ਮਾਨਿਓ ਕਹਿੰਦੇ ਇਹਨੂੰ ਮੰਨਿਓ। ਕੀ ਮੰਨਿਓ? ਇਹ ਤੁਹਾਡਾ ਗੁਰੂ ਹੈ, ਜੀਵਤ ਗੁਰੂ ਹੈ, ਜਿੰਦਾ ਗੁਰੂ ਹੈ, ਤੇ ਜੋ ਇਹ ਕਹਿੰਦੇ ਆ ਉਹ ਕਰ ਲਿਓ। ਆਪਾਂ ਤਾਂ ਛੱਡ ਬੈਠੇ ਨਾ। ਤੇ ਇੱਕੋ ਗੱਲ ਕਹੀ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਹਦਾ, ਜਿਹਨੀ ਨਾਮ ਤੇ ਆਇਆ, ਨਾਮ ਤੇ ਆਪਾਂ ਤੇ ਆਇਆ ਕੋਈ ਨਹੀਂ। ਨਾਮ ਦੀ ਗੱਲ ਤੇ ਆਪਾਂ ਗਏ ਹੀ ਨਹੀਂ ਉਸ ਪਾਸੇ। ਆਪਾਂ ਤਾਂ ਪਾਠ ਕਰ ਲਿਆ, ਕਹਿੰਦੇ ਨਾਮ ਸਿਮਰਨ ਕਰ ਲਿਆ। ਗੁਰੂ ਘਰ ਗਏ ਸੇਵਾ ਕਰ ਲਿਆ, ਕਹਿੰਦੇ ਨਾਮ ਸਿਮਰਨ ਕਰ ਲਿਆ। ਨਾਮ ਤਾਂ ਕੀ ਹੈ? ਉਹਨਾਂ ਨੇ ਕਿਹਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ, ਜਨਮ ਨਾਮ ਇੱਕ ਸ਼ਬਦ ਨੇ ਵਸਣਾ ਸੀ। ਸੋ ਬੜੇ ਭਾਗੇ ਉਹ ਸਮਾਂ ਹੋ ਗਿਆ। ਸੋ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।